ਸਤਿਕਾਰਯੋਗ ਗੁਰੂ ਰੂਪ ਗੁਰੂ ਦੀ ਪਿਆਰੀ ਸਾਧ ਸੰਗਤ ਜੀ, ਜੈ ਲੱਖ ਦਾਤਾ ਪੀਰ ਦੀ, ਮੌਜ ਫਕੀਰ ਦੀ। ਮੈਨੂੰ ਉਮੀਦ ਆ ਕਿ ਤੁਸੀਂ ਸਾਰੇ ਠੀਕ ਹੀ ਹੋਣਗੇ। ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ, ਆਪਣੇ ਨਾਮ ਦੇ ਨਾਲ, ਆਪਣੇ ਚਰਨਾਂ ਦੇ ਨਾਲ, ਆਪਣੀ ਬੰਦਗੀ ਦੇ ਨਾਲ ਹਮੇਸ਼ਾ ਜੋੜ ਕੇ ਰੱਖੇ। ਇਹੀ ਦਾਸ ਦੀ ਆਪ ਜੀ ਲਈ ਦੁਆਵਾਂ ਹਨ। ਇੱਕ ਵਾਰ ਗੁਰੂ ਤੇ ਸ਼ਿਸ਼ਯ ਬੈਠੇ ਸਨ ਤੇ ਸ਼ਿਸ਼ ਨੇ, ਮੁਰੀਦ ਨੇ ਆਪਣੇ ਗੁਰੂ ਨੂੰ ਪੁੱਛਿਆ ਕਿ ਗੁਰੂਦੇਵ, ਭਰਮ ਕੀ ਆ? ਭਰਮ ਕੀ ਚੀਜ਼ ਆ? ਤਾਂ ਗੁਰੂਦੇਵ ਨੇ ਕਿਹਾ, ਬੇਟੇ, ਇਸ ਤਰ੍ਹਾਂ ਕਰ, ਆ ਪੁਸਤਕ ਲੈ ਜਾ, ਮੇਰੇ ਉਸ ਕਮਰੇ ਵਿੱਚ ਰੱਖ ਕੇ ਆ। ਜਦੋਂ ਮੁਰੀਦ ਆਪਣੇ ਗੁਰੂ ਦੀ ਕਿਤਾਬ ਨੂੰ ਕਮਰੇ ਵਿੱਚ ਰੱਖਣ ਗਿਆ ਤਾਂ ਕਮਰੇ ਵਿੱਚ ਬਹੁਤ ਹਨੇਰਾ ਸੀ। ਹਨੇਰਾ ਹੋਣ ਕਰਕੇ ਜਦੋਂ ਅੰਦਰ ਵੜਿਆ ਕਮਰੇ ਵਿੱਚ ਤਾਂ ਡਰਦਾ ਹੋਇਆ ਬਾਹਰ ਭੱਜਿਆ। ਤਾਂ ਗੁਰੂ ਦੇ ਕੋਲ ਪਹੁੰਚਿਆ, ਗੁਰੂਦੇਵ, ਗੁਰੂਦੇਵ, ਉੱਥੇ ਕਮਰੇ ਵਿੱਚ ਤਾਂ ਸੱਪ ਆ। ਤੇ ਗੁਰੂਦੇਵ ਨੇ ਕਿਹਾ ਕਿ ਬੇਟੇ, ਤੂੰ ਦੁਬਾਰਾ ਜਾ ਉਸ ਕਮਰੇ ਵਿੱਚ, ਉਸ ਕਮਰੇ ਵਿੱਚ ਤੂੰ ਦੁਬਾਰਾ ਚਲਾ ਜਾ ਤੇ ਕੋਈ ਨਾ ਕੋਈ ਤੂੰ ਸਿਮਰਨ ਕਰੀ ਜਾਈਂ। ਸਿਮਰਨ ਕਰਦਾ ਹੋਇਆ ਉਸ ਕਮਰੇ ਵਿੱਚ ਜਾ ਕੇ ਆਈ, ਇਹ ਪੁਸਤਕ ਰੱਖ ਕੇ ਆ। ਉਹ ਮੁਰੀਦ ਸ਼ਿਸ਼ਯ ਹਿੰਮਤ ਕਰਕੇ ਫਿਰ ਦੁਬਾਰਾ ਉਸੇ ਕਮਰੇ ਵਿੱਚ ਗਿਆ ਤਾਂ ਆਪਣਾ ਸਿਮਰਨ ਕਰਦਾ ਰਿਹਾ। ਸਿਮਰਨ ਕਰਦਾ ਕਰਦਾ ਜਦੋਂ ਕਮਰੇ ਵਿੱਚ ਦਾਖਲ ਹੋਇਆ ਤਾਂ ਫਿਰ ਘਬਰਾ ਕੇ ਡਰਦਾ ਹੈ ਫਿਰ ਬਾਹਰ ਨੂੰ ਭੱਜਿਆ ਤੇ ਗੁਰੂਦੇਵ ਨੂੰ ਆ ਕੇ ਕਿਹਾ ਕਿ ਗੁਰੂਦੇਵ ਮਹਾਰਾਜ, ਉੱਥੇ ਦਾ ਬਹੁਤ ਵੱਡਾ ਸੱਪ ਆ ਤੇ ਉਹ ਤਾਂ ਆਪਣੀ ਜਗ੍ਹਾ ਖੜਾ ਆ, ਹਿਲਦਾ ਵੀ ਹੈ ਨਹੀਂ ਆ ਤੇ ਮੈਂ ਨਹੀਂ ਜਾਣਾ ਕਮਰੇ ਵਿੱਚ। ਤਾਂ ਗੁਰੂਦੇਵ ਨੇ ਕਿਹਾ ਕਿ ਬੇਟੇ, ਆ ਦੀਪਕ ਲੈ ਜਾ, ਆ ਦੀਵਾ ਲੈ ਜਾ, ਦੀਵਾ ਲੈ ਕੇ ਫਿਰ ਉਸ ਕਮਰੇ ਵਿੱਚ ਜਾ ਤੇ ਉੱਥੇ ਕਿਤਾਬ ਰੱਖਿਆ। ਤਾਂ ਉਹ ਮੁਰੀਦ ਸ਼ਿਸ਼ ਆਪਣੇ ਗੁਰੂ ਦੇ ਹੁਕਮ ਅਨੁਸਾਰ ਜਦੋਂ ਉਸ ਕਮਰੇ ਵਿੱਚ ਦੀਵਾ ਲੈ ਕੇ ਗਿਆ ਤਾਂ ਦੀਵੇ ਦੀ ਰੋਸ਼ਨੀ ਨਾਲ ਕੀ ਦੇਖਦਾ, ਕਮਰੇ ਵਿੱਚ ਕੋਈ ਵੀ ਸੱਪ ਨਹੀਂ ਸੀ ਹੈਗਾ। ਜਿਹੜਾ ਉਹਨੂੰ ਸੱਪ ਨਜ਼ਰ ਆ ਰਿਹਾ ਸੀ ਉਹ ਇੱਕ ਰੱਸੀ ਸੀ ਤੇ ਉਹ ਰੱਸੀ ਦੇਖ ਕੇ ਬੜਾ ਖੁਸ਼ ਹੋਇਆ, ਹੱਸਣ ਲੱਗ ਪਿਆ ਤੇ ਉਸਨੇ ਕਿਤਾਬ ਰੱਖੀ ਕਮਰੇ ਵਿੱਚ ਤੇ ਵਾਪਸ ਆਪਣੇ ਗੁਰੂਦੇਵ ਕੋਲ ਗਿਆ। ਗੁਰੂਦੇਵ ਕਹਿੰਦੇ ਕਿ ਬੇਟੇ, ਤੂੰ ਬੜਾ ਹੱਸਦਾ ਪਿਆ, ਕੀ ਗੱਲ ਹੋ ਗਈ? ਕਹਿੰਦੇ, ਮਹਾਰਾਜ, ਮੈਂ ਤਾਂ ਐਵੇਂ ਡਰੀ ਗਿਆ, ਹਨ, ਐਵੇਂ ਘਬਰਾਈ ਗਿਆ। ਉਹ ਸੱਪ ਥੋੜੀ ਸੀ, ਉਹਦਾ ਰੱਸੀ ਸੀ, ਇੱਕ ਮੇਰਾ ਭਰਮ ਸੀ। ਕਹਿੰਦੇ, ਬੇਟੇ, ਇਹਨੂੰ ਤਾਂ ਭਰਮ ਕਹਿੰਦੇ ਆ। ਜਦ ਤੱਕ ਸਾਡੇ ਅੰਦਰ ਅੰਧਕਾਰ ਆ, ਜਦ ਤੱਕ ਸਾਡੇ ਅੰਦਰ ਪ੍ਰਕਾਸ਼ ਨਹੀਂ ਹੁੰਦਾ, ਤਦ ਤੱਕ ਅਸੀਂ ਭਰਮ 'ਚ ਹੀ ਘੁੰਮਦੇ ਆ। ਦੁਨੀਆ ਕਹਿੰਦੀ ਆ ਕਿ ਪੈਸੇ ਦੇ ਵਿੱਚ ਸੁੱਖ ਆ, ਇਹ ਉਹਨਾਂ ਦਾ ਭਰਮ ਆ। ਜਿਨ੍ਹਾਂ ਕੋਲ ਪੈਸਾ ਹੈਗਾ ਉਹਨਾਂ ਨੂੰ ਪੁੱਛ ਕੇ ਤਾਂ ਦੇਖੋ ਕਿ ਉਸ ਪੈਸਾ ਉਹਨਾਂ ਨੂੰ ਸੁੱਖ ਦੇ ਰਿਹਾ। ਇਹ ਉਹਨਾਂ ਦਾ ਭਰਮ ਆ ਕਿ ਪੈਸੇ ਵਿੱਚ ਸੁੱਖ ਆ। ਪਰ ਜਿਨ੍ਹਾਂ ਦੇ ਕੋਲ ਪੈਸਾ ਆ, ਕਦੇ ਉਹਨਾਂ ਨੂੰ ਦੇਖੋ ਤਾਂ ਸਹੀ ਕਿ ਉਹਨਾਂ ਨੂੰ ਕਿੰਨਾ ਕੁ ਸੁੱਖ ਆ। ਇਹ ਵੀ ਸਾਰਾ ਭਰਮ ਆ, ਇਨਸਾਨ ਨੂੰ ਇਹ ਭਰਮ ਆ। ਇਨਸਾਨ ਕਹਿੰਦਾ
ਕਿ ਬਾਬਾ ਜੀ ਮੇਰਾ ਮਕਾਨ ਬਣ ਜਾਵੇ, ਮੈਂ ਸੁਖੀ ਹੋ ਜਾਊਂਗਾ। ਜਦੋਂ ਮਕਾਨ ਬਣ ਜਾਂਦਾ ਫੇਰ ਦੁਖੀ ਦਾ ਦੁਖੀ, ਇਹ ਵੀ ਉਹਦਾ ਭਰਮ ਆ। ਇਹ ਸੰਸਾਰ 'ਚ ਅਸੀਂ ਜੋ ਕੁਝ ਵੀ ਦੇਖਦੇ ਹਾਂ ਇਹ ਸਾਰਾ ਇੱਕ ਭਰਮ ਹੀ ਆ, ਕਿਉਂਕਿ ਕੁਝ ਵੀ ਆਪਣਾ ਨਹੀਂ ਹੈਗਾ। ਕਿਸੇ ਵੀ ਚੀਜ਼ ਵਿੱਚ ਸੁੱਖ ਨਹੀਂ ਹੈਗਾ। ਹਰ ਚੀਜ਼ ਸੰਸਾਰ ਦੀ ਦੁੱਖ ਦਾ ਕਾਰਨ ਆ। ਇਹ ਇਨਸਾਨ ਦਾ ਭਰਮ ਹੀ ਹੈਗਾ ਆ, ਜਿਹੜਾ ਉਹਦੇ ਵਿੱਚ ਸੁੱਖ ਲੱਭਣ ਦੀ ਕੋਸ਼ਿਸ਼ ਕਰਦਾ ਸੰਸਾਰ ਦੇ ਵਿੱਚ। ਇਹਨਾਂ ਅੱਖਾਂ ਨਾਲ ਅਸੀਂ ਜੋ ਕੁਝ ਵੀ ਸੰਸਾਰ ਦੇ ਵਿੱਚ ਦੇਖਦੇ ਪਏ ਹਾਂ, ਦੁਨੀਆ ਦੇ ਵਿੱਚ ਦੇਖਦੇ ਪਏ ਹਾਂ, ਸਾਰਾ ਇੱਕ ਭਰਮ ਹੀ ਤਾਂ ਹੈਗਾ। ਇਹ ਸਾਰਾ ਕੁਝ ਨਾਸ਼ ਹੋਣ ਵਾਲਾ, ਖਤਮ ਹੋਣ ਵਾਲਾ, ਇਹ ਆਪਣਾ ਨਹੀਂ ਹੈਗਾ। ਇਹ ਸਰੀਰ ਵੀ ਸਾਡਾ ਆਪਣਾ ਨਹੀਂ ਹੈਗਾ। ਜਿਹੜੇ ਰਿਸ਼ਤੇ ਨਾਤੇ ਨੇ ਆਪਣੇ, ਇਹ ਸਾਰੇ ਸਵਾਰਥ ਦੇ ਰਿਸ਼ਤੇ ਨੇ, ਗਰਜਾਂ ਦੇ ਰਿਸ਼ਤੇ ਨੇ, ਦੇਣ ਲੈਣ ਦੇ ਰਿਸ਼ਤੇ ਨੇ ਸਾਰੇ। ਜਦ ਤੱਕ ਜ਼ਰੂਰਤਾਂ ਨੇ ਤਦ ਤੱਕ ਇਨਸਾਨ ਅੱਗੇ ਪਿੱਛੇ ਘੁੰਮਦਾ ਹੈ। ਜਦੋਂ ਇੱਕ ਵੀ ਜ਼ਰੂਰਤ ਪੂਰੀ ਨਾ ਹੋਵੇ, ਇੱਕ ਵੀ ਇੱਛਾ ਨਾ ਪੂਰੀ ਹੋਵੇ, ਤਾਂ ਦੁਨੀਆ ਖਾਣ ਨੂੰ ਪੈ ਜਾਂਦੀ ਹੈ। ਸਭ ਤੋਂ ਜਿਹੜਾ ਅੱਛਾ ਰਿਸ਼ਤਾ ਗੁਰੂ ਤੇ ਸ਼ਿਸ਼ੇ ਦਾ ਰਿਸ਼ਤਾ ਆ, ਇਹ ਸੱਚ ਆ। ਬਾਕੀ ਸੰਸਾਰ ਦੇ, ਦੁਨੀਆ ਦੇ ਜਿੰਨੇ ਵੀ ਰਿਸ਼ਤੇ ਨੇ, ਨਾਤੇ ਨੇ, ਸਾਰੇ ਝੂਠੇ ਨੇ। ਹਰ ਰਿਸ਼ਤਾ ਦੁੱਖ ਦਾ ਕਾਰਨ ਆ। ਦੁਨੀਆ ਨੂੰ ਭਰਮ ਹੀ ਆ ਕਿ ਮੈਨੂੰ ਮੇਰੇ ਮੁੰਡਾ ਹੋ ਜਾਊਗਾ, ਸ਼ਾਇਦ ਮੈਂ ਸੁਖੀ ਹੋ ਜਾਊਗਾ, ਮੇਰਾ ਨਾਮ ਰੋਸ਼ਨ ਹੋ ਜਾਏਗਾ। ਇਹ ਭਰਮ ਹੀ ਹੈਗਾ ਆ। ਜਦੋਂ ਮੁੰਡਾ ਹੋ ਜਾਂਦਾ, ਵੱਡਾ ਹੋ ਕੇ ਲੜਾਈ ਝਗੜੇ ਕਰਦਾ ਆ, ਨਸ਼ੇ ਕਰਦਾ ਆ, ਕਹਿਣਾ ਨਹੀਂ ਮੰਨਦਾ, ਫਿਰ ਦੁਖੀ ਹੁੰਦੇ ਅਸੀਂ। ਕਿਸੇ ਕੋ ਮਕਾਨ ਨਹੀਂ ਹੈਗਾ, ਉਹ ਕਹਿੰਦਾ ਮੇਰਾ ਮਕਾਨ ਬਣ ਜਾਵੇ, ਮੈਂ ਸੁਖੀ ਹੋ ਜਾਊਂਗਾ, ਇਹ ਵੀ ਉਹਦਾ ਭਰਮ ਆ। ਮਕਾਨ ਵੀ ਬਣ ਜਾਂਦਾ, ਫਿਰ ਦੁਖੀ ਦਾ ਦੁਖੀ। ਕਈ ਕਹਿੰਦੇ ਮੇਰਾ ਵਿਆਹ ਹੋ ਜਾਵੇ, ਮੇਰਾ ਜੀਵਨ ਖੁਸ਼ਹਾਲ ਹੋ ਜਾਏਗਾ, ਇਹ ਵੀ ਉਹਦਾ ਭਰਮ ਆ। ਵਿਆਹ ਸ਼ਾਦੀਆਂ ਵੀ ਹੋ ਜਾਂਦੀਆਂ, ਫਿਰ ਦੁਖੀ ਦਾ ਦੁਖੀ। ਇਹ ਸੰਸਾਰ, ਇਹ ਦੁੱਖਾਂ ਦਾ ਘਰ ਹੈਗਾ। ਇਹਦੇ ਵਿੱਚ ਸੁੱਖ ਨਹੀਂ ਹੈਗਾ। ਸੁੱਖ ਕਿਤੇ ਆ? ਪ੍ਰਭੂ ਦੇ ਨਾਮ ਦੇ ਵਿੱਚ ਆ, ਪ੍ਰਭੂ ਦੀ ਬੰਦਗੀ ਦੇ ਵਿੱਚ ਆ, ਪ੍ਰਭੂ ਦੀ ਭਗਤੀ ਦੇ ਵਿੱਚ ਆ। ਅਸੀਂ ਮਾਂ-ਬਾਪ ਨੂੰ ਪਿਆਰ ਕਰਦੇ ਹਾਂ, ਬੱਚਿਆਂ ਨਾਲ ਪਿਆਰ ਕਰਦੇ ਹਾਂ, ਜ਼ਮੀਨਾਂ ਨਾਲ ਪਿਆਰ ਕਰਦੇ ਹਾਂ, ਕੋਠੀਆਂ ਨਾਲ ਪਿਆਰ ਕਰਦੇ ਹਾਂ, ਕਾਰਾਂ ਨਾਲ ਪਿਆਰ ਕਰਦੇ ਹਾਂ, ਪਰ ਰੱਬ ਨਾਲ ਕੋਈ ਪਿਆਰ ਨਹੀਂ ਕਰਦਾ। ਕਰਦਾ ਕੋਈ ਰੱਬ ਨਾਲ ਪਿਆਰ? ਜੋ ਸਿਮਰਨ ਦੀ ਵਾਰੀ ਆਉਂਦੀ ਆ, ਕਹਿੰਦੇ ਬਾਬਾ ਜੀ ਸਾਡੇ ਕੋਲ ਸਿਮਰਨ ਨਹੀਂ ਹੁੰਦਾ, ਸਾਡੇ ਕੋਲ ਬੰਦਗੀ ਨਹੀਂ ਹੁੰਦੀ, ਸਾਨੂੰ ਨੀਂਦ ਬਹੁਤ ਆਉਣ ਲੱਗ ਜਾਂਦੀ ਹੈ। ਔਰ ਕਿਸੇ ਗੱਡੀ ਕਾਰ ਕਿਤੇ ਲੈ ਕੇ ਜਾਣਾ ਹੋਵੇ ਨਾ, ਪਹਾੜਾਂ 'ਚ ਘੁੰਮਣ ਜਾਣਾ ਹੋਵੇ, ਫਿਰ ਸਮਾਂ ਹੀ ਸਮਾਂ ਹੋ ਜਾਂਦਾ। ਫਿਰ ਵਿਆਹ ਸ਼ਾਦੀਆਂ ਤੇ ਡੀਜੇ ਤੇ ਨੱਚਣਾ ਹੋਵੇ ਤਾਂ ਸਮੇਂ ਹੀ ਸਮੇਂ ਹੋ ਜਾਂਦਾ, ਉਦੋਂ ਨੀਂਦ ਨਹੀਂ ਆਉਂਦੀ। ਸਿਨੇਮੇ ਵਿੱਚ, ਥੀਏਟਰਾਂ ਵਿੱਚ 3-3 ਘੰਟੇ ਦੀ ਫਿਲਮ ਦੇਖਣੀ ਹੋਵੇ ਤਾਂ ਉਦੋਂ ਨੀਂਦ ਨਹੀਂ ਆਉਂਦੀ। ਜੋ ਦੁਨੀਆ ਦੀ ਲੋਕਾਂ ਦੀ ਨਿੰਦਿਆ ਚੁਗਲੀ ਕਰਨੀ ਆ, ਉਦੋਂ ਨੀਂਦ ਨਹੀਂ ਆਉਂਦੀ। ਕਲੱਬਾਂ 'ਚ, ਪਾਰਟੀਆਂ 'ਚ ਜਾਣਾ, ਉਦੋਂ ਨੀਂਦ ਨਹੀਂ ਆਉਂਦੀ। ਪਰ ਜਦੋਂ ਰੱਬ ਦੀ ਨਾਮ ਦੀ ਵਾਰੀ ਆਉਂਦੀ, ਬੰਦਗੀ ਕਰਨ ਦੀ ਵਾਰੀ ਆਉਂਦੀ ਆ, ਉਦੋਂ ਨੀਂਦ ਆਉਣ ਲੱਗ ਪੈਂਦੀ ਆ। ਕਦ ਤੱਕ ਅਸੀਂ ਆਪਣੇ ਆਪ ਨੂੰ ਧੋਖਾ ਦਿੰਦੇ ਰਵਾਂਗੇ? ਇਹ ਜੀਵਨ, ਇਹ ਸਰੀਰ ਬਾਰ-ਬਾਰ ਨਹੀਂ ਮਿਲਦਾ। ਇਹ ਸਰੀਰ ਦੀ ਕਦਰ ਕਰੋ, ਕਦਰ ਕਰੋ। ਇਹ ਜੀਵਨ ਦਾ, ਇਸ ਮਨੁੱਖੀ ਚੋਲੇ ਦਾ, ਮਨੁੱਖੀ ਜਨਮ ਦਾ ਪਹਿਲਾ ਫਰਜ਼ ਆ ਬੰਦਗੀ ਕਰਨਾ, ਭਗਤੀ ਕਰਨਾ। ਰੋਜ਼ ਅਭਿਆਸ ਕਰੋ, ਰੋਜ਼ ਭਜਨ ਸਿਮਰਨ ਦਾ ਅਭਿਆਸ ਕਰੋ, ਡੇਲੀ। ਕੋਈ ਛੁੱਟੀ ਨਹੀਂ, ਕੋਈ ਨਾਗਾ ਨਹੀਂ ਕਰਨੀ।
ਅਸੀਂ ਆਪਣੇ ਬੱਚਿਆਂ ਨੂੰ ਆਪਣੇ ਵੱਲੋਂ ਸਭ ਕੁਝ ਦੇਣ ਦੀ ਕੋਸ਼ਿਸ਼ ਕਰਦੇ ਹਾਂ, ਦੁਨੀਆ ਦੇ ਸਾਰੇ ਸੁੱਖ ਦੇਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਅਸੀਂ ਉਹਨਾਂ ਦੇ ਕਰਮ ਚੇਂਜ ਨਹੀਂ ਕਰ ਸਕਦੇ, ਅਸੀਂ ਉਹਨਾਂ ਦੇ ਕਰਮ ਬਦਲ ਨਹੀਂ ਸਕਦੇ। ਇਹੀ ਸਾਡੇ ਦੁੱਖ ਦਾ ਕਾਰਨ ਆ। ਅਸੀਂ ਬਾਰ-ਬਾਰ ਬੱਚਿਆਂ ਨੂੰ ਖੁਸ਼ੀ ਦੇਣ ਦੀ ਕੋਸ਼ਿਸ਼ ਤਾਂ ਕਰਦੇ ਆ, ਪਰ ਦੇ ਨਹੀਂ ਪਾਉਂਦੇ, ਫਿਰ ਅਸੀਂ ਦੁਖੀ ਹੁੰਦੇ ਹਾਂ। ਉਸ ਚੀਜ਼ ਨੂੰ ਸਮਝਦੇ ਨਹੀਂ ਪਏ। ਅਸੀਂ ਪੜ੍ਹ ਲਿਖ ਕੇ ਵੀ ਅਨਪੜ੍ਹ ਬਣ ਚੁੱਕੇ ਹਾਂ, ਅਨਪੜ੍ਹ। ਬਾਰ-ਬਾਰ ਸੰਤ ਮਹਾਂਪੁਰਸ਼ ਕਹਿੰਦੇ ਨੇ, ਗੁਰੂ ਮਹਾਰਾਜ ਕਹਿੰਦੇ ਨੇ ਕਿ ਬੇਟੇ, ਸਰੀਰ ਬਣਾਉਣ ਤੋਂ ਪਹਿਲਾਂ ਪਰਮਾਤਮਾ ਕੀ ਦੇਣਾ, ਕਿੰਨਾ ਦੇਣਾ, ਕਿੱਥੇ ਦੇਣਾ, ਕਦੋਂ ਦੇਣਾ, ਸਾਰਾ ਕੁਝ ਲਿਖ ਕੇ, ਖਾਣ ਪੀਣ ਰਹਿਣ ਸਹਿਣ ਲਿਖ ਕੇ, ਫਿਰ ਉਹ ਸੰਸਾਰ ਦੇ ਵਿੱਚ ਸਰੀਰ ਬਣਾਉਂਦਾ, ਫਿਰ ਉਹ ਇਨਸਾਨ ਨੂੰ ਸੰਸਾਰ ਵਿੱਚ ਭੇਜਦਾ ਆ। ਇਹ ਅਸੀਂ ਅੱਜ ਗਰੀਬ ਆ, ਅਮੀਰ ਆ, ਚੰਗੇ ਆ, ਮਾੜੇ ਆ, ਇਹ ਸਾਡੇ ਸਾਰੇ ਕਰਮਾਂ ਦਾ ਹਿਸਾਬ ਕਿਤਾਬ ਆ। ਜੇ ਅਸੀਂ ਮਾੜੇ ਕਰਮ ਕੀਤੇ ਆ, ਸਾਨੂੰ ਮਾੜਾ ਹੀ ਮਿਲਣਾ ਆ, ਮਾੜਾ ਹੀ ਵੱਢਣਾ ਪੈਣਾ ਆ। ਚੰਗੇ ਕਰਮ ਕਰਾਂਗੇ, ਸਾਨੂੰ ਚੰਗਾ ਹੀ ਫਲ ਮਿਲੇਗਾ। ਅਸੀਂ ਅੱਜ ਗਰੀਬ ਆ, ਇਹ ਸਾਡੇ ਆਪਣੇ ਹੀ ਕਰਮ ਆ। ਜੇ ਅਸੀਂ ਅਮੀਰ ਆ, ਇਹ ਵੀ ਸਾਡੇ ਆਪਣੇ ਹੀ ਕਰਮ ਆ। ਜੇ ਤੁਸੀਂ ਖੁਸ਼ ਹੋਣਾ ਚਾਹੁੰਦੇ ਹੋ, ਸੁਖੀ ਹੋਣਾ ਚਾਹੁੰਦੇ ਹੋ, ਬਾਦਸ਼ਾਹ ਬਣਨਾ ਚਾਹੁੰਦੇ ਹੋ, ਆਪਣੇ ਪਰਿਵਾਰ ਨੂੰ ਵੀ ਖੁਸ਼ ਰੱਖਣਾ ਚਾਹੁੰਦੇ ਹੋ, ਤਾਂ ਸਾਰੇ ਦੁੱਖਾਂ ਦੀ ਦਵਾਈ, ਸਾਰੇ ਸਵਾਲਾਂ ਦਾ ਜਵਾਬ ਸਿਮਰਨ ਹੈ, ਬੰਦਗੀ ਹੈ, ਭਗਤੀ ਹੈ। ਬਿਨਾਂ ਸਵਾਰਥ, ਬਿਨਾਂ ਸਵਾਲ ਦੇ ਰੋਜ਼ ਭਗਤੀ ਕਰਕੇ ਤਾਂ ਦੇਖੋ। ਆਪ ਵੀ ਭਗਤੀ ਕਰੋ, ਆਪਣੇ ਬੱਚਿਆਂ को भी ਭਗਤੀ ਕਰਾਓ। ਆਪ ਵੀ ਸਿਮਰਨ ਕਰੋ, ਆਪਣੇ ਬੱਚਿਆਂ ਕੋਲੋਂ ਸਿਮਰਨ ਕਰਾਓ। ਭਗਤੀ ਦੇ ਵਿੱਚ ਇਹ ਜੀ ਸ਼ਕਤੀ ਆ, ਸਿਮਰਨ ਦੇ ਵਿੱਚ ਇਹ ਜੀ ਸ਼ਕਤੀ ਆ, ਤੁਹਾਡੇ ਵੱਡੇ ਵੱਡੇ ਕਰਮਾਂ ਨੂੰ ਵੀ ਉਹ ਸੂਲੀ ਦੇ ਸੂਲ ਬਣਾ ਸਕਦਾ। ਤੁਹਾਡੇ ਇਹਨਾਂ ਹੱਥਾਂ ਦੀ ਲਕੀਰਾਂ ਨੂੰ ਵੀ ਬਦਲ ਸਕਦਾ ਆ। ਤੁਹਾਡੇ ਮੱਥੇ ਦੀਆਂ ਲਕੀਰਾਂ ਨੂੰ ਵੀ ਸਿਮਰਨ ਬਦਲ ਸਕਦਾ ਆ। ਪਰ ਨਿਸਵਾਰਥ ਤੁਹਾਡੀ ਭਗਤੀ ਹੋਣੀ ਚਾਹੀਦੀ ਹੈ, ਨਿਸ਼ਕਾਮ ਤੁਹਾਡੀ ਭਗਤੀ ਹੋਣੀ ਚਾਹੀਦੀ, ਸਿਮਰਨ ਹੋਣਾ ਚਾਹੀਦਾ। ਤੁਹਾਨੂੰ ਆਪਣੇ ਗੁਰੂ ਨਾਲ ਪ੍ਰੇਮ ਹੋਣਾ ਚਾਹੀਦਾ। ਗੁਰੂ ਦੇ ਹੁਕਮ ਅਨੁਸਾਰ ਜਿਸ ਤਰ੍ਹਾਂ ਤੁਹਾਡਾ ਗੁਰੂ ਕਹਿ ਰਿਹਾ, ਉੱਦਾਂ ਤੁਹਾਡੀ ਬੰਦਗੀ ਹੋਣੀ ਚਾਹੀਦੀ ਹੈ। ਉਹ ਸ਼ਬਦ ਦਾ ਅਭਿਆਸ ਹੋਣਾ ਚਾਹੀਦਾ। ਜੋ ਸਾਡੇ ਨਾਲ ਗੁਰੂ ਹਰ ਟਾਈਮ ਨਾਲ ਚੱਲੇਗਾ, ਪਰਮਾਤਮਾ ਸਾਡੇ ਨਾਲ ਹਰ ਟਾਈਮ ਰਹੇਗਾ, ਤਾਂ ਸਾਡੇ ਸੰਸਾਰ ਦੇ ਜਿਹੜੇ ਕਾਰਜ ਨੇ ਬਿਲਕੁਲ ਆਸਾਨ ਹੋ ਜਾਣਗੇ। ਜਿੰਨੇ ਮਰਜ਼ੀ ਔਖੇ ਤਾਂ ਔਖਾ ਹੋਵੇ, ਉਹ ਸੌਖਾ ਹੋ ਜਾਏਗਾ। ਇੱਕ ਵਾਰ ਸੱਚੇ ਦਿਲੋਂ ਆਪਣੇ ਆਪ ਨੂੰ ਗੁਰੂ ਦੇ ਚਰਨਾਂ ਸਮਰਪਣ ਕਰਕੇ ਤਾਂ ਦੇਖੋ ਤਾਂ ਸਹੀ। ਅਸੀਂ ਗਿਣਤੀ ਮਿੰਤੀਆਂ ਚੱਕਰਾਂ 'ਚ ਪਏ ਹੋਏ ਆ। ਇੰਨੀ ਵਾਰ ਪਾਠ ਕਰ ਲਿਆ ਜੀ, ਕੋਈ ਕੰਮ ਹੋਇਆ ਪਾਠ ਕਰ ਲਿਆ ਨਾ। ਦਾਸ ਨੂੰ ਕਿਸੇ ਘਰ ਜਾਣ ਦਾ ਮੌਕਾ ਮਿਲਿਆ, ਉਸ ਮਾਤਾ ਦੇ ਨਾਲ ਗੱਲ ਹੋਈ ਤੇ ਮੈਂ, ਮਾਤਾ ਸਿਮਰਨ ਕਰਿਆ ਕਰ। ਕਹਿੰਦੀ ਬਾਬਾ ਜੀ ਮੈਂ ਸਿਮਰਨ ਕਰਨਾ ਛੱਡ ਦਿੱਤਾ, ਪਾਠ ਕਰਨਾ ਛੱਡ ਦਿੱਤਾ। ਉਹ ਕਾਹਤੇ ਜੀ? ਕਹਿੰਦੀ ਜੀ ਮੇਰਾ ਇੱਕ ਕੰਮ ਤਾਂ ਹੋਇਆ ਨਹੀਂ, ਮੇਰੇ ਬੇਟੇ ਨੇ ਬਾਹਰ ਜਾਣਾ ਸੀ, ਉਹਦਾ ਬਾਹਰ ਦਾ ਕੰਮ ਨਹੀਂ ਬਣਿਆ, ਇਸ ਕਰਕੇ ਮੈਂ ਭਗਤੀ ਕਰਨੀ ਛੱਡਤੀ, ਸਿਮਰਨ ਕਰਨਾ ਛੱਡਤਾ। ਤੇ ਰੋਜ਼ ਮੈਂ ਸੁਖਨੀ ਸਾਹਿਬ ਦਾ ਪਾਠ ਕਰਦੀ ਤੇ ਉਹ ਪਾਠ ਕਰਨਾ ਛੱਡ ਦਿੱਤਾ ਕਿ ਮੇਰਾ ਬੇਟਾ ਬਾਹਰ ਨਹੀਂ ਜਾ ਸਕਿਆ। ਬੜੀ ਹੈਰਾਨੀ ਦੀ ਗੱਲ ਆ। ਸਾਨੂੰ ਇੱਕ ਕੰਮ ਨਾ ਹੋਵੇ, ਅਸੀਂ ਪ੍ਰਮਾਤਮਾ ਨੂੰ ਛੱਡ ਦਿੰਦੇ ਹਾਂ, ਭਗਤੀ ਕਰਨਾ ਛੱਡ ਦਿੰਦੇ ਹਾਂ, ਸਿਮਰਨ ਕਰਨਾ ਛੱਡ ਦਿੰਦੇ ਹਾਂ। ਪਰ ਨੁਕਸਾਨ ਕਿਹਦਾ? ਇਹ ਸਾਡਾ ਆਪਣਾ ਹੀ ਨੁਕਸਾਨ ਹੈ, ਪ੍ਰਮਾਤਮਾ ਨੁਕਸਾਨ ਨਹੀਂ ਹੈਗਾ। ਉਹਦਾ ਸੰਸਾਰ ਤਾਂ ਚੱਲੀ ਜਾ ਰਿਹਾ, ਉਹਦਾ ਸੰਸਾਰ ਨਹੀਂ ਰੁਕਣ ਵਾਲਾ। ਲੋੜ ਸਾਨੂੰ ਆ, ਜ਼ਰੂਰਤ ਸਾਨੂੰ ਆ। ਭਗਤੀ ਅਸੀਂ ਆਪਣੇ ਵਾਸਤੇ ਕਰਨੀ ਆ, ਕਿਸੇ ਵਾਸਤੇ ਭਗਤੀ ਨਹੀਂ ਕਰਨੀ। ਇਹਦਾ ਫਾਇਦਾ ਵੀ ਸਾਨੂੰ ਹੀ ਆ, ਕਿਸੇ ਹੋਰ ਨੂੰ ਫਾਇਦਾ ਨਹੀਂ ਹੈਗਾ। ਤੇ ਤੁਸੀਂ ਕੋਈ ਆਸਾਨ ਨਹੀਂ ਕਰਦੇ ਭਗਤੀ ਕਰਕੇ, ਪਾਠ ਕਰਕੇ ਪ੍ਰਮਾਤਮਾ ਦੀ, ਠੀਕ ਹੈ ਨਾ। ਉਹਦਾ ਸੰਸਾਰ ਚੱਲੀ ਜਾ ਰਿਹਾ, ਉਹ ਤਾਂ ਹਰ ਸਮੇਂ ਵਿਰਾਜਮਾਨ ਆ। ਜਦੋਂ ਤੁਸੀਂ ਨਹੀਂ ਸੀ, ਉਦੋਂ ਵੀ ਪਰਮਾਤਮਾ ਸੀ।
ਜਦੋਂ ਤੁਸੀਂ ਅੱਜ ਹੋ ਹੈ, ਅੱਜ ਤੁਸੀਂ ਪ੍ਰੈਜ਼ੈਂਟ ਹੋ, ਅੱਜ ਵੀ ਰੱਬ ਹੈਗਾ, ਪਰਮਾਤਮਾ ਹੈਗਾ। ਕੱਲ ਤੁਸੀਂ ਨਹੀਂ ਰਹਿਣਾ ਤਾਂ ਵੀ ਪਰਮਾਤਮਾ ਨੇ ਰਹਿਣਾ। ਇਹ ਸੰਸਾਰ ਉਦਾਂ ਹੀ ਚੱਲਦਾ ਰਹਿਣਾ, ਇਹ ਰੁਕਣ ਵਾਲਾ ਨਹੀਂ ਹੈਗਾ। ਠੀਕ ਆ। ਇੱਕ ਤੁਸੀਂ ਭਗਤੀ ਕਰਨੀ ਆ, ਆਪਣੇ ਵਾਸਤੇ ਕਰਨੀ ਆ। ਸਿਮਰਨ ਕਰਨਾ ਤੁਸੀਂ ਆਪਣੇ ਵਾਸਤੇ ਕਰਨਾ, ਪਾਠ ਕਰਨਾ ਤੁਸੀਂ ਆਪਣੇ ਵਾਸਤੇ ਕਰਨਾ। ਆਪਣੇ ਗੁਰੂ ਤੇ ਤੁਹਾਡਾ ਕੋਈ ਅਹਿਸਾਨ ਨਹੀਂ ਕਰਦੇ ਤੁਸੀਂ, ਆਪਣੇ ਜਾਂ ਰੱਬ ਤੇ ਕੋਈ ਅਹਿਸਾਨ ਕਰਦੇ ਆ। ਇਹਦਾ ਫਾਇਦਾ ਤੁਹਾਨੂੰ ਹੀ ਆ। ਦਾਸ ਨੂੰ ਇੱਕ ਪਿੰਡ ਦੇ ਵਿੱਚ ਜਾਣਾ ਮੈਂ, ਮਹੀਨੇ ਦੇ ਇੱਕ ਵਾਰ। ਉਸ ਪਿੰਡ ਦੇ ਵਿੱਚ ਜਾ ਕੇ ਇੱਕ ਗੁਰਸਿੱਖ ਪਰਿਵਾਰ ਹੈਗਾ, ਉੱਥੇ ਦਾਸ ਸਿਮਰਨ ਕਰਾਉਂਦਾ। ਮਹੀਨੇ 'ਚ ਇੱਕ ਵਾਰ ਜਾਂ 2 ਵਾਰ ਘੱਟੋ ਘੱਟ ਕਰਾਉਣਾ ਸਿਮਰਨ। ਤੇ ਜਾਣ ਦਾ ਮੌਕਾ ਮਿਲਦਾ। ਜਦੋਂ ਨਵਾਂ ਸ਼ੁਰੂ ਕੀਤਾ ਸਿਮਰਨ ਕਰਾਉਣਾ ਉਸ ਪਿੰਡ ਦੇ ਵਿੱਚ, ਤਾਂ ਮੈਂ ਉਸ ਪਰਿਵਾਰ ਨੂੰ ਕਿਹਾ ਕਿ ਤੁਸੀਂ ਇੱਦਾਂ ਕਰੋ, ਤੁਸੀਂ ਆਂਢੀ ਗੁਆਂਢੀ ਜਿਨ੍ਹਾਂ ਨੂੰ ਕਹਿਣਾ ਕਹਿ ਦਿਓ, ਤੇ ਮੈਂ ਇੰਨੇ ਵਜੇ ਆਪਾਂ ਸਿਮਰਨ ਕਰਾਂਗੇ, 1 ਘੰਟਾ ਸਿਮਰਨ ਕਰਾਂਗੇ, ਤੁਸੀਂ ਜਿਨ੍ਹਾਂ ਨੂੰ ਕਹਿਣਾ ਕਹਿ ਦਿਓ। ਜਦੋਂ ਪਹਿਲੀ ਵਾਰ ਸਿਮਰਨ ਕਰਾਇਆ ਤਾਂ ਕਾਫੀ ਸੰਗਤ ਆ ਗਈ। ਬੈਠੀ, ਸਭ ਨੂੰ ਅੱਖਾਂ ਬੰਦ ਕਰਕੇ ਬਿਠਾਤਾ ਤੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਾਇਆ। ਤੇ ਬੜੇ ਔਖੇ ਹੋ ਕੇ ਸੰਗਤ ਬੈਠੀ ਤੇ ਉਹ ਕਾਫੀ ਅੱਧੇ ਤੋਂ ਜ਼ਿਆਦਾ ਬੰਦੇ ਤਾਂ ਪਹਿਲੇ ਹੀ ਜਦੋਂ ਅੱਖਾਂ ਖੋਲੀਆਂ, ਪੌਣੇ ਘੰਟੇ ਬਾਅਦ 1 ਘੰਟੇ ਬਾਅਦ ਅਸੀਂ ਤਾਂ ਅੱਧੇ ਤੋਂ ਜ਼ਿਆਦਾ ਬੰਦੇ ਜਾ ਚੁੱਕੇ ਸੀ। ਤਾਂ ਜਦੋਂ ਅਗਲੀ ਵਾਰ ਫਿਰ ਅਸੀਂ ਉਸ ਪਿੰਡ ਦੇ ਵਿੱਚ ਸਿਮਰਨ ਕਰਾਉਣ ਗਏ ਤਾਂ ਕੋਈ ਵੀ ਨਹੀਂ ਆਇਆ, ਸਿਰਫ ਉਸ ਪਰਿਵਾਰ ਦੇ ਜੀ ਸੀ। ਇਹ ਸਿਮਰਨ ਕਰਨਾ ਬੜਾ ਔਖਾ ਆ, ਬੰਦਗੀ ਕਰਨਾ ਬੜਾ ਔਖਾ ਆ, ਅੰਦਰ ਜਾਣਾ ਬੜਾ ਔਖਾ ਆ। ਬਾਹਰ ਦੇ ਕੰਮ ਸਾਰੇ ਕਰਾਈ ਚਲੋ। ਬਾਹਰ ਮੈਂ ਕੀਰਤਨ ਕਰੀ ਜਾਵਾਂ ਨਾ ਤਾਂ ਸਾਰਿਆਂ ਨੇ ਦੇਖ ਕੇ ਸੁਣੀ ਜਾਣਾ। 2 ਘੰਟੇ ਵੀ ਕੀਰਤਨ ਹੋਇਆ ਤਾਂ ਸਾਹਮਣੇ ਸੁਣੀ ਜਾਣਾ। ਬਾਹਰ ਕੋਈ ਧਾਰਮਿਕ ਗਾਣਾ ਲਗਾਤਾ ਨਾ ਤਾਂ ਉੱਤੇ ਵੀ ਨੱਚੀ ਜਾਣਾ, ਸਾਹਮਣੇ ਨੱਚੀ ਜਾਣਾ, ਹਨਾ। ਘਰੇ ਆਪਾਂ ਕੀਰਤਨ ਕਰਾਉਂਦੇ ਆ ਤਾਂ ਦੇਖੋ ਗਿੱਧਾ ਪਾਈ ਜਾਣਾ। ਪਰ ਜਦੋਂ ਸਿਮਰਨ ਦੀ ਵਾਰੀ ਆਉਂਦੀ ਆ, ਅੰਦਰ ਜਾਣ ਦੀ ਵਾਰੀ ਆਉਂਦਾ, ਉਦੋਂ ਕੋਈ ਨਹੀਂ ਆਉਂਦਾ। ਕਿਉਂਕਿ ਇਹ ਕੰਮ ਔਖਾ ਹੈ ਨਾ, ਇਹ ਸੂਰਮਿਆਂ ਦਾ ਕੰਮ ਹੈ, ਇਹ ਗੁਰਮੁਖ ਪਿਆਰੇ ਦਾ ਕੰਮ ਹੈ, ਜਿਹੜੇ ਪ੍ਰਭੂ ਨੂੰ ਪ੍ਰੇਮ ਕਰਦੇ ਨੇ, ਜਿਹਨੂੰ ਪ੍ਰਭੂ ਦੀ ਮਿਲਣ ਦੀ ਚਾਹ ਆ, ਪ੍ਰਭੂ ਨੂੰ ਦੇਖਣਾ ਚਾਹੁੰਦਾ, ਪ੍ਰਭੂ ਨੂੰ ਮਿਲਣਾ ਚਾਹੁੰਦਾ, ਦਿਲ ਵਿੱਚ ਚਾਹ ਆ, ਉਹਨੂੰ ਪ੍ਰੇਮ ਆ, ਉਹ ਲੋਕ ਭਗਤੀ ਕਰਨਗੇ। ਤਾਂ ਉਸ ਪਿੰਡ ਦੇ ਵਿੱਚ ਜਾਣਾ, ਸਿਰਫ ਇੱਕ ਪਰਿਵਾਰ ਦੇ ਜੀ ਹੁੰਦੇ ਆ ਬਸ, ਹੋਰ ਕੋਈ ਨਹੀਂ ਆਉਂਦਾ। ਇਹ ਸੱਚ ਹੈ, ਇਹ ਅੱਜ ਦਾ ਸੱਚ ਹੈ, ਕੋੜਾ ਸੱਚ ਆ। ਇਸ ਕਰਕੇ ਅਸੀਂ ਅੱਜ ਦੁਖੀ ਸੰਸਾਰ ਆ। ਸਾਰੇ ਪਾਸੇ ਹਾਹਾਕਾਰ ਆ, ਮਰ ਗਏ ਹੋ ਰਹੀ ਪਈ ਆ। ਧਰਮ ਦੀ ਰਾਜਨੀਤੀਆਂ ਹੋ ਰਹੀਆਂ, ਹਿੰਦੂ ਸਿੱਖ ਮੁਸਲਮਾਨ ਦੇ ਮੁੱਦੇ ਬਣ ਗਏ। ਸਾਰੇ ਆਪਣੇ ਦੁਹਾਏ ਦਿੰਦੇ, ਚੰਗੇ ਇਨਸਾਨ ਕੋਈ ਬਣਨ ਦੀ ਕੋਸ਼ਿਸ਼ ਨਹੀਂ ਕਰਦਾ। ਗੁਰੂ ਤਾਂ ਸਭ ਦਾ ਸਾਂਝਾ ਹੁੰਦੇ ਨੇ, ਪਰਮਾਤਮਾ ਤਾਂ ਸਭ ਦਾ ਸਾਂਝਾ ਆ। ਸੰਤ ਮਹਾਂਪੁਰਖ ਫਕੀਰ ਸਭ ਦੇ ਸਾਂਝੇ ਹੁੰਦੇ, ਉਹਨਾਂ ਦਾ ਕੋਈ ਧਰਮ ਨਹੀਂ ਹੁੰਦਾ, ਉਹ ਸਭ ਦੇ ਹੁੰਦੇ ਨੇ। ਚੋਰਾਂ ਦੇ ਵੀ ਉਹ ਨੇ, ਠੱਗਾਂ ਦੇ ਵੀ ਉਹ ਨੇ, ਸਾਧੂਆਂ ਦੇ ਵੀ ਉਹ ਨੇ, ਚੰਗਿਆਂ ਦੇ ਵੀ ਉਹੀ ਨੇ, ਮਾੜਿਆਂ ਦੇ ਵੀ ਉਹੀ ਨੇ। ਉਹ ਨਹੀਂ ਕਦੇ ਫਰਕ ਕਰਦੇ ਆ। ਅਸੀਂ ਲੋਕਾਂ ਨੇ ਫਰਕ ਪਾ ਦਿੱਤੇ, ਆਪਣੇ ਆਪ ਨੂੰ ਵੰਡ ਲਿਆ ਸੀ, ਛੋਟਾ ਕਰ ਲਿਆ ਸੀ ਆਪਣੇ ਆਪ। ਆ ਸਾਡੇ ਸਮਾਜ ਦੇ ਵਿੱਚ ਹਿੰਦੂ ਸਿੱਖ ਮੁਸਲਮਾਨ ਦੇ ਮਸਲੇ ਬਣ ਗਏ ਹੋਏ। ਹਿੰਦੂ ਆਪਣੀ ਦੁਹਾਈਆਂ ਦੇ ਰਿਹਾ, ਸਿੱਖ ਆਪਣੀ ਦੁਹਾਈਆਂ ਦੇ ਰਿਹਾ, ਮੁਸਲਮਾਨ ਆਪਣੀਆਂ ਦੁਹਾਈਆਂ ਦੇ ਰਿਹਾ। ਉਹ ਆਪਣੇ ਰੱਬ ਦੀ ਗੱਲ ਕਰਦੇ, ਉਹ ਆਪਣੇ ਰੱਬ ਦੀ ਗੱਲ ਕਰਦੇ, ਉਹ ਆਪਣੇ ਰੱਬ ਦੀ ਗੱਲ ਕਰਦੇ ਆ। ਇੱਕ ਦੂਜੇ ਨੂੰ ਨੀਵਾਂ ਦਿਖਾਉਣ ਤੇ ਲੱਗੇ ਹੋਏ ਆ, ਕੋਈ ਝੁਕਣ ਨੂੰ ਤਿਆਰ ਹੀ ਨਹੀਂ ਹੈਗਾ। ਸਾਰੇ ਇੱਕ ਦੂਜੇ ਨੀਚੇ ਗਰਾਂ ਤੇ ਲੱਗੇ ਹੋਏ, ਝੂਠਾ ਪਾਉਣ ਤੇ ਲੱਗੇ ਹੋਏ ਆ। ਇਹੀ ਦੁੱਖ ਦਾ ਕਾਰਨ ਆ। ਗੁਰੂਆਂ ਦਾ ਕਹਿਣਾ ਤਾਂ ਕਿਸੇ ਨੇ ਮੰਨਿਆ ਹੀ ਨਹੀਂ ਹੈਗਾ, ਸੰਤਾਂ ਮਾਂ ਫਕੀਰਾਂ ਦਾ ਕਹਿਣਾ ਕਿਸੇ ਨੇ ਮੰਨਿਆ ਹੀ ਨਹੀਂ ਹੈਗਾ। ਉਸ ਰਸਤੇ ਦਾ ਕੋਈ ਚੱਲਿਆ ਹੀ ਨਹੀਂ ਹੈਗਾ। ਗੁਰੂ ਸਾਹਿਬ ਨੇ ਇੰਨੇ ਵੱਡੇ ਸੰਤ ਮਹਾਂਪੁਰਸ਼ ਆਏ, ਫਕੀਰ ਆਏ, ਸਾਰਿਆਂ ਨੇ ਜਾਤ ਪਾਤ ਦਾ ਵਿਰੋਧ ਕੀਤਾ ਕਿ ਅਸੀਂ ਸਾਰੇ ਇੱਕੋ ਹੀ ਪਿਤਾ ਪਰਮੇਸ਼ਰ ਦੇ ਬੱਚੇ ਆ। ਉਹਨਾਂ ਨੇ ਕਿਹਾ ਅਸੀਂ ਸਾਰੇ ਇੱਕੋ ਪਿਤਾ ਪਰਮੇਸ਼ਰ ਦੇ ਬੱਚੇ ਆ, ਸਾਡਾ ਇੱਕੋ ਹੀ ਪਿਤਾ ਪਰਮੇਸ਼ਰ ਆ। ਪਰ ਅਸੀਂ ਆਪਣੇ ਆਪ ਨੂੰ ਵੰਡ ਕੇ ਛੋਟਾ ਕਰ ਲਿਆ। ਅਸੀਂ ਉੱਚਾ ਉੱਠਣ ਦੀ ਬਜਾਏ ਆਪਣੇ ਆਪ ਨੂੰ ਛੋਟਾ ਕਰ ਲਿਆ, ਨੀਚੇ ਗਿਰਾ ਦਿੱਤਾ।
ਦੂਜਾ ਸੰਤਾਂ ਮਹਾਂਪੁਰਸ਼ਾਂ ਨੇ ਕਿਹਾ ਕਿ ਬੇਟੇ ਪ੍ਰੇਮ ਕਰੋ, ਪ੍ਰੇਮ ਕਰੋ। ਅੱਜ ਦੇਖਦੇ ਪਏ ਸੀ ਸਮਾਜ ਕਿੰਨਾ ਕੁ ਪ੍ਰੇਮ ਕਰਦੇ ਆ, ਇੱਕ ਦੂਜੇ ਨਫ਼ਰਤ ਕਰਦੇ ਆ। ਗੁਆਂਢੀਆਂ ਤੱਕ ਦੀ ਨਹੀਂ ਕਿਸੇ ਦੀ ਬਣਦੀ, ਪਰਿਵਾਰ 'ਚ 5 ਜੀ ਆ ਉਹਨਾਂ ਦੀ ਆਪਸ ਵਿੱਚ ਨਹੀਂ ਬਣਦੀ ਪਈ। ਤੀਜੀ ਗੱਲ ਕੀਤੀ ਗੁਰੂ ਸਾਹਿਬ ਨਾਮ ਦੀ ਗੱਲ ਕੀਤੀ, ਬੇਟੇ ਸਿਮਰਨ ਕਰੋ, ਬੰਦਗੀ ਕਰੋ, ਨਾਮ ਜਪੋ। ਅਸੀਂ ਅੱਜ ਕਿੰਨਾ ਕੁ ਨਾਮ ਜਪਦੇ ਪਏ ਆ, ਕਿੰਨੀ ਕੁ ਬੰਦਗੀ ਕਰਦੇ, ਕਿੰਨੀ ਕੁ ਭਗਤੀ ਕਰਦੇ ਪਏ ਆ। ਜੇ ਅਸੀਂ ਭਗਤੀ ਕਰਦੇ ਹੁੰਦੇ, ਨਾਮ ਜਪਦੇ ਹੁੰਦੇ, ਤਾਂ ਸਾਡੇ ਇੰਨੇ ਸਵਾਲ ਨਾ ਹੁੰਦੇ, ਸਾਡੇ ਮਨਾਂ ਦੇ ਵਿੱਚ ਇੰਨੇ ਸਵਾਲ ਨਾ ਹੁੰਦੇ, ਸਾਡੇ ਮਨਾਂ ਦੇ ਵਿੱਚ ਇੰਨੀ ਇੱਛਾਵਾਂ ਨਹੀਂ ਹੁੰਦੀਆਂ। ਪਰ ਅਸੀਂ ਨਾਮ ਨਹੀਂ ਜਪਿਆ, ਬੰਦਗੀ ਨਹੀਂ ਕੀਤੀ, ਭਗਤੀ ਨਹੀਂ ਕੀਤੀ, ਜਿਹੜਾ ਅੱਜ ਦੁੱਖ ਦਾ ਕਾਰਨ ਆ ਤੁਹਾਡੇ। ਮੇਰੀ ਆਪ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਹੈ ਬੇਟੇ, ਦੋਸਤੋ, ਮੇਰੇ ਭੈਣੋ ਤੇ ਭਰਾਵੋ, ਭਗਤੀ ਕਰੋ, ਬੰਦਗੀ ਕਰੋ। ਆਪਣਾ ਇਸ ਮਨੁੱਖੀ ਚੋਲੇ ਦੀ ਕਦਰ ਕਰੋ, ਇਸ ਜਨਮ ਦੀ ਕਦਰ ਕਰੋ, ਇਹਨੂੰ ਲੇਖੇ ਲਗਾ ਲਓ। ਇਹ ਜਨਮ ਬਾਰ-ਬਾਰ ਨਹੀਂ ਮਿਲਦਾ। ਇਹ ਜਨਮ ਭਗਤੀ ਕਰਨ ਵਾਸਤੇ ਮਿਲਿਆ, ਬੰਦਗੀ ਕਰਨ ਵਾਸਤੇ ਮਿਲਿਆ, ਆਪਣੇ ਆਪ ਦੀ ਪਹਿਚਾਣ ਕਰਨ ਵਾਸਤੇ ਮਿਲਿਆ, ਪ੍ਰਭੂ ਨੂੰ ਪਾਉਣ ਵਾਸਤੇ ਮਿਲਿਆ। ਇਹ ਪਹਿਲਾ ਫਰਜ਼ ਆ ਆਪਣਾ ਬੰਦਗੀ ਕਰਨਾ। ਸਵੇਰੇ ਉੱਠੇ ਅੰਮ੍ਰਿਤ ਵੇਲੇ ਦੀ ਸੰਭਾਲ ਕਰੋ, 2.5-3 ਘੰਟੇ ਰੋਜ਼ ਅਭਿਆਸ ਕਰੋ, ਫਿਰ ਆਪਣੇ ਸੰਸਾਰ ਦੇ ਕੰਮ ਧੰਦੇ ਕਰਿਆ ਕਰੋ। ਚੱਲਦੇ ਫਿਰਦੇ, ਉੱਠਦੇ ਬਹਿੰਦੇ, ਸੌਂਦੇ ਜਾਗਦੇ, ਨਹਾਉਂਦੇ ਧੋਂਦੇ, ਹਰ ਟਾਈਮ ਪ੍ਰਭੂ ਦਾ ਸਿਮਰਨ ਕਰਿਆ ਕਰੋ। ਅੰਤਰ ਵੀ ਸਿਮਰਨ ਕਰਦੇ ਰਿਹਾ ਕਰੋ। ਇਹ 2-2.5 ਘੰਟੇ ਦਾ ਕੰਮ ਨਹੀਂ ਹੈਗਾ, 2.5-3 ਘੰਟੇ ਦਾ ਕੰਮ ਨਹੀਂ ਹੈਗਾ। ਹਰ ਟਾਈਮ ਗੁਰੂ ਨੂੰ ਆਪ ਯਾਦ 'ਚ ਆਪਣੀ ਸ਼ਾਮਲ ਕਰ ਲਓ, ਹਰ ਕੰਮ 'ਚ ਉਸ ਨੂੰ ਸ਼ਾਮਲ ਕਰ ਲਓ, ਫੇਰ ਤੁਹਾਡੀ ਗੱਲ ਬਣਨੀ ਆ। ਗੁਰੂ ਨੂੰ ਸਾਰੇ ਅਸੀਂ ਮੰਨਦੇ ਪਏ ਹਾਂ, ਸੰਤਾਂ ਮਹਾਂਪੁਰਖ ਸਾਰੇ ਮੰਨਦੇ ਪਏ ਆ, ਸਾਰੇ ਆਪਣੇ ਆਪਣੇ ਹਿਸਾਬ ਨਾਲ ਆਪਣੇ ਧਰਮਾਂ ਨੂੰ ਮੰਨੀ ਜਾ ਰਹੇ ਆ। ਪਰ ਗੁਰੂਆਂ ਦਾ ਕਹਿਣਾ ਕੋਈ ਨਹੀਂ ਮੰਨਦਾ ਪਿਆ, ਸੰਤਾਂ ਮਹਾਂਪੁਰਸ਼ਾਂ ਦਾ ਕਹਿਣਾ ਕੋਈ ਨਹੀਂ ਮੰਨਦਾ ਪਿਆ। ਸਭ ਇੱਕ ਦੂਜੇ ਨੂੰ ਝੁਕਾਉਣ ਦੇ ਵਿੱਚ ਲੱਗੇ ਹੋਏ, ਕੋਈ ਗਿਰਾਨ ਦੇ ਵਿੱਚ ਲੱਗੇ ਹੋਏ, ਕੋਈ ਝੁਕਣ ਨੂੰ ਤਿਆਰ ਹੀ ਨਹੀਂ ਹੈਗਾ। ਰੱਬ ਤਾਂ ਇੱਕ ਸੀ, 4-4 ਬਣਾ ਦਿੱਤੇ। ਕਦੋਂ ਸਾਨੂੰ ਇੰਨੇ ਵੱਡੇ ਪੜ੍ਹ ਲਿਖ ਕੇ, ਅਸੀਂ ਐਡੇ ਵੱਡੀਆਂ ਡਿਗਰੀਆਂ ਲੈ ਕੇ ਵੀ ਅਸੀਂ ਆਪਣੇ ਆਪ ਨੂੰ ਜਾਤਾਂ ਪਾਤਾਂ ਦੇ ਵਿੱਚ ਵੰਡ ਲਿਆ। ਤੁਹਾਡੇ ਨਾਲ ਵਧੀਆ ਅਨਪੜ੍ਹ ਲੋਕ ਸੀ ਜਿਹੜੇ ਪਹਿਲਾਂ ਸ਼ੁਰੂ ਤੇ ਕਿੰਨਾ ਇੱਕ ਦੂਜੇ 'ਚ ਪ੍ਰੇਮ ਸੀ, ਕਿੰਨੀ ਭਗਤੀ ਭਾਵ ਸੀ ਸਭ ਦੇ ਵਿੱਚ। ਰਾਜੇ ਮਹਾਰਾਜਾ ਨੇ ਆਪਣਾ ਰਾਜਪਾਟ ਕਰਦੇ ਸੀ। ਜਦੋਂ ਉਹਨਾਂ ਦੇ ਬੱਚੇ ਜਵਾਨ ਹੋ ਜਾਂਦੇ ਸੀ, ਉਹਨਾਂ ਨੂੰ ਰਾਜਪਾਟ ਸੰਭਾਲ ਕੇ, ਆਪਣਾ ਰਾਜੇ ਸੰਭਾਲ ਕੇ ਗੱਦੀ ਤੇ ਬਿਠਾ ਕੇ ਫਿਰ ਉਹ ਆਪਣੀ ਭਗਤੀ ਦੇ ਵਿੱਚ ਲੱਗ ਜਾਂਦੇ ਸੀ। ਪਹਿਲੇ ਵਾਲੇ ਮਹਾਪੁਰਸ਼ਾਂ ਨੇ ਆਪਣੇ ਜੀਵਨ ਨੂੰ 4 ਹਿੱਸਿਆਂ 'ਚ ਵੰਡਿਆ ਹੋਇਆ ਸੀ। ਬ੍ਰਹਮਚਾਰਿਆ ਆਸ਼ਰਮ, ਗ੍ਰਹਿਸਥ ਆਸ਼ਰਮ, ਸੰਨਿਆਸ ਆਸ਼ਰਮ, ਬਾਨਪ੍ਰਸਥ ਆਸ਼ਰਮ, ਆਪਣੇ ਵੰਡਿਆ ਹੋਇਆ ਸੀ ਕਿ ਇਹਨੇ ਤਾਂ ਅਸੀਂ ਪਰਿਵਾਰ 'ਚ ਰਹਿਣਾ, ਇੰਨੇ ਸਮੇਂ ਅਸੀਂ ਭਗਤੀ ਕਰਨੀ ਆ। ਪਰ ਅਸੀਂ ਸਾਰੇ ਹੀ ਜੀਵਨ ਆਪਣੀ ਸਾਰੀ ਜ਼ਿੰਦਗੀ, ਸਾਰੇ ਸਵਾਸ ਸੰਸਾਰ ਦੇ ਠਿਕਰੇ ਕਰਨ ਤੇ ਲਾਤੇ, ਫਿਰ ਵੀ ਖਾਲੀ ਤੇ ਖਾਲੀ ਰਹੇ, ਫਿਰ ਵੀ ਦੁਖੀ ਤੇ ਦੁਖੀ ਰਹੇ। ਗੁਰੂ ਨੇ ਸਾਨੂੰ ਨਾਮ ਸ਼ਬਦ ਦਿੱਤਾ, ਠੀਕ ਹੈ ਨਾ, ਅਸੀਂ ਗੁਰੂ ਵਾਲੇ ਬਣ ਗਏ, ਅੰਮ੍ਰਿਤ ਛਕ ਲਿਆ, ਠੀਕ ਹੈ ਨਾ, ਜਾਂ ਕਿਸੇ ਗੁਰੂ ਸੰਤ ਮਹਾਂਪੁਰਸ਼ ਕੋ ਨਾਮਦਾਨ ਲੈ ਲਿਆ, ਠੀਕ ਹੈ ਨਾ, ਗੁਰੂ ਵਾਲੇ ਬਣ ਕੇ। ਇਹ ਨਹੀਂ ਕਿ ਆਪਣਾ ਗੁਰੂ ਸਾਡਾ ਕੇਅਰ ਕਰੇਗਾ, ਧਿਆਨ ਰੱਖੇਗਾ, ਗੁਰੂ ਸੰਭਾਲ ਕਰੇਗਾ। ਏਦਾਂ ਗੁਰੂ ਨੇ ਸੰਭਾਲ ਨਹੀਂ ਕਰਨੀ ਜਦ ਤੱਕ ਤੁਸੀਂ ਭਗਤੀ ਨਹੀਂ ਕਰਦੇ, ਜਦ ਤੱਕ ਤੁਸੀਂ ਬੰਦਗੀ ਨਹੀਂ ਕਰਦੇ, ਜਦ ਤੱਕ ਤੁਸੀਂ ਉਹਨੂੰ ਅੰਦਰ ਵਿੱਚ ਪ੍ਰਗਟ ਨਹੀਂ ਕਰ ਲੈਂਦੇ, ਜਦ ਤੱਕ ਇੱਥੇ ਤੁਸੀਂ ਜੋਤਾਂ ਨਹੀਂ ਜਗਾ ਲੈਂਦੇ। ਗੁਰੂ ਜਦੋਂ ਤੁਹਾਨੂੰ ਨਾਮ ਸ਼ਬਦ ਦਿੰਦਾ, ਤੁਸੀਂ ਗੁਰੂ ਵਾਲੇ ਬਣਦੇ ਹੋ ਜਾਂ ਅੰਮ੍ਰਿਤ ਛਕਦੇ ਹੋ, ਹਨਾ, ਨਾਮਦਾਨ ਲੈਂਦੇ ਹੋ ਜਦੋਂ, ਉਦੋਂ ਗੁਰੂ ਸ਼ਬਦ ਰੂਪ ਦੇ ਵਿੱਚ ਤੁਹਾਡੇ ਅੰਤਰ ਵਿੱਚ ਬੈਠ ਜਾਂਦਾ ਹੈ। ਫਿਰ ਤੁਸੀਂ ਅਭਿਆਸ ਕਰਨਾ, ਉਹ ਸ਼ਬਦ ਦਾ ਅਭਿਆਸ ਕਰਕੇ, ਸਿਮਰਨ ਦੀ ਕਮਾਈ ਕਰਕੇ ਆਪਣੇ ਗੁਰੂ ਨੂੰ ਇੱਥੇ ਪ੍ਰਗਟ ਕਰੋ। ਫਿਰ ਦੇਖੋ ਗੁਰੂ ਕਿੱਦਾਂ ਤੁਹਾਨੂੰ ਬਾਂਹ ਫੜ ਕੇ ਅੱਗੇ ਦਾ ਸਫ਼ਰ ਤੈਅ ਕਰਾਂਦਾ। ਪਰ ਸਿਮਰਨ ਕਰਨਾ ਕੋਈ ਚਾਹੁੰਦਾ ਹੀ ਨਹੀਂ ਹੈਗਾ। ਸਿਮਰਨ ਕਾਹਤੇ ਕਰਦੇ ਆ ਕਿ ਮੇਰਾ ਕਾਰੋਬਾਰ ਚੱਲ ਜਾਵੇ, ਮੈਨੂੰ ਮੁੰਡੇ ਕੁੜੀਆਂ ਮਿਲ ਜਾਣ, ਸਾਡੇ ਬੱਚੇ ਸੈੱਟ ਹੋ ਜਾਣ, ਸਾਡਾ ਕਾਰੋਬਾਰ ਸੈੱਟ ਹੋ ਜਾਵੇ, ਸਾਡੇ ਵਿਆਹ ਸ਼ਾਦੀਆਂ ਹੋ ਜਾਵੇ, ਸਾਡੇ ਦੁੱਖ ਦਰਦ ਦੂਰ ਹੋ ਜਾਵੇ। ਇਸ ਵਾਸਤੇ ਭਗਤੀਆਂ ਤੁਸੀਂ ਕਰਦੇ ਹੋ, ਇਸ ਬਾਰੇ ਪਾਠ ਕਰਦੇ ਹੋ ਨਾ,
ਇੱਕ ਵਾਰ ਕਰ ਲਿਆ ਜੀ, 2 ਵਾਰ ਕਰ ਲਿਆ ਜੀ, 5 ਵਾਰ, ਗਿਣਤੀਆਂ ਮਿੰਤੀਆਂ ਚੱਕਰ ਫਸੀ ਜਾਂਦੇ। ਪਰ ਰੱਬ ਨੂੰ ਪਾਉਣ ਲਈ ਭਗਤੀ ਕੌਣ ਕਰਦਾ? ਕੀ ਤੁਸੀਂ ਰੱਬ ਨੂੰ ਪਾਣਾ ਨਹੀਂ ਚਾਹੁੰਦੇ? ਕਿ ਉਹਨੂੰ ਮਿਲਣਾ ਨਹੀਂ ਚਾਹੁੰਦੇ? ਆਪਣੇ ਜੀਵਨ ਨੂੰ ਸਫਲ ਨਹੀਂ ਕਰਨਾ ਚਾਹੁੰਦੇ? ਇਹ ਸੰਸਾਰ 'ਚੋਂ ਤੁਹਾਨੂੰ ਜਾਣਾ ਹੀ ਪੈਣਾ। ਜੇ ਸੰਸਾਰ ਤੁਸੀਂ ਆਏ ਆ ਤੇ ਇੱਕ ਨਾ ਇੱਕ ਦਿਨ ਤੁਹਾਨੂੰ ਵਾਪਸ ਜਾਣਾ ਹੀ ਪੈਣਾ। ਚਾਹੇ ਉਹ ਕੀੜੇ ਮਕੌੜੇ ਆ, ਚਾਹੇ ਉਹ ਪੇੜ ਪੌਦੇ ਆ, ਚਾਹੇ ਤੁਸੀਂ ਹੋ। ਜੋ ਸੰਸਾਰ ਵਿੱਚ ਆਇਆ ਉਹਨੇ ਇੱਕ ਨਾ ਇੱਕ ਦਿਨ ਵਾਪਸ ਜਾਣਾ ਆ। ਪਰ ਜੋ ਆਉਣ ਦਾ, ਜੋ ਜਾਣ ਦੇ ਸਮੇਂ ਦੇ ਵਿੱਚ ਜੋ ਵਿਚਲਾ ਜੋ ਸਮੇਂ ਆ ਨਾ, ਇਹ ਸਮੇਂ ਨੂੰ ਲੇਖੇ ਲਗਾ ਲਓ, ਇਹਦੀ ਕਦਰ ਕਰ ਲਓ। ਅੱਜ ਦੇ ਸਮੇਂ ਦਾ ਆਨੰਦ ਲਓ, ਆਉਣ ਵਾਲੇ ਦੀ ਚਿੰਤਾ ਨਾ ਕਰੋ। ਜੋ ਬੀਤ ਗਿਆ ਸਮੇਂ, ਉਹ ਤੋਂ ਕੁਛ ਨਾ ਕੁਛ ਸਿੱਖਣ ਦੀ ਕੋਸ਼ਿਸ਼ ਕਰੋ। ਜੋ ਪ੍ਰੈਜ਼ੈਂਟ ਚੱਲਦਾ ਪਿਆ ਸਮਾਂ, ਇਹਦੀ ਸੰਭਾਲ ਕਰੋ। ਕੱਲ ਦੀ ਕੱਲ ਦੇਖਾਂਗੇ। ਆਪਣੇ ਬੱਚਿਆਂ ਨੂੰ ਪ੍ਰਭੂ ਦੇ ਨਾਲ ਜੋੜੋ, ਪ੍ਰਭੂ ਦੀ ਬੰਦਗੀ ਕਰਾਓ, ਨਾਲ ਸਿਮਰਨ ਕਰੋ। ਆਪ ਵੀ ਕਰੋ, ਆਪਣੇ ਬੱਚਿਆਂ ਕੋਲ ਵੀ ਕਰਾਓ। ਸੰਸਾਰ ਦੇ ਅਸੀਂ ਸਾਰੀਆਂ ਪੜ੍ਹਾਈਆਂ ਨੂੰ ਕਰਾਈ ਜਾ ਰਹੇ ਹਾਂ, ਸਾਰੀਆਂ ਪੜ੍ਹਾਈ ਕਰਾਈ ਜਾ ਰਹੇ ਹਾਂ, ਪਰ ਅਸੀਂ ਅਧਿਆਤਮਿਕ ਪੜ੍ਹਾਈ ਕਿਉਂ ਨਹੀਂ ਕਰਾਉਂਦੇ ਬੱਚਿਆਂ ਨੂੰ? ਕਿਉਂ ਨਹੀਂ ਬੱਚਿਆਂ ਨੂੰ ਸਿਮਰਨ ਦੇ ਵੱਲ ਲਗਾਉਂਦੇ? 23-24 ਸਾਲ ਦੀ ਉਮਰ ਤੱਕ ਬੱਚਾ ਪੜ੍ਹਾਈ ਕਰਦਾ, 25-25 ਸਾਲ ਤੱਕ ਪੜ੍ਹਾਈ ਕਰਦਾ ਬੱਚਾ। ਪੜ੍ਹ ਕੇ ਕੀ? ਨੌਕਰੀ ਲੱਗਣ ਵਾਸਤੇ, ਰੋਟੀ ਦੇ ਲਈ, ਨੌਕਰੀ ਲੱਗਣ ਵਾਸਤੇ ਇੰਨਾ ਪੜ੍ਹਾਈ ਕਰਦਾ ਪਿਆ। ਫਿਰ ਪ੍ਰਮਾਤਮਾ ਕਦੋਂ ਪਾਓਗੇ? ਪ੍ਰਮਾਤਮਾ ਲਈ ਕਦੋਂ ਪੜ੍ਹਾਈ ਕਰੋਗੇ? ਕਦੋਂ ਬੰਦਗੀ ਕਰੋਗੇ? ਕਦੋਂ ਭਗਤੀ ਕਰੋਗੇ? ਇਹ ਇਨਸਾਨ ਆਪਣੇ ਆਪ ਨੂੰ ਜਾਣ, ਆਪਣੇ ਨੂੰ ਪਹਿਚਾਨ। ਇਹ ਸਾਰਾ ਜੋ ਇਹਨਾਂ ਅੱਖਾਂ ਨੇ ਸੰਸਾਰ ਅਸੀਂ ਦੇਖਦੇ ਆ, ਦੁਨੀਆ ਅਸੀਂ ਦੇਖਦੇ ਆ, ਸਾਰੀ ਨਾਸ਼ ਹੋਣ ਵਾਲੀ ਆ, ਖਤਮ ਹੋਣ ਵਾਲੀ ਆ। ਇਹ ਆਪਣਾ ਨਹੀਂ ਹੈਗਾ। ਅਸੀਂ ਮੁਸਾਫਿਰ ਆ, ਇੱਥੇ ਮੁਸਾਫਿਰ ਬਣ ਕੇ ਰਹੋ। ਜ਼ਿਆਦਾ ਬੋਝ ਇਕੱਠਾ ਕਰਨ ਦੀ ਲੋੜ ਨਹੀਂ ਹੈਗੀ। ਠੀਕ ਹੈ, ਗੁਰੂ ਤੋਂ ਨਾਮ ਸ਼ਬਦ ਲੈ ਲਿਆ, ਉਹਦਾ ਅਭਿਆਸ ਕਰੋ, ਸਿਮਰਨ ਕਰੋ। ਡਾਕਟਰ ਕੋਲ ਦਵਾਈ ਲੈ ਆਂਦੀ, ਖਾਓਗੇ, ਪਰਹੇਜ਼ ਕਰੋਗੇ, ਤਾਂ ਹੀ ਤੁਹਾਨੂੰ ਉਹਦਾ ਫਾਇਦਾ ਨੁਕਸਾਨ ਦਾ ਪਤਾ ਲੱਗਣਾ ਆ। ਡਾਕਟਰ ਅੱਛਾ ਜਾਂ ਬੁਰਾ ਤਾਂ ਹੀ ਪਤਾ ਲੱਗਣਾ ਆ। ਠੀਕ ਹੈ ਨਾ? ਗੁਰੂ ਕੋ ਨਾਮ ਸ਼ਬਦ ਲੈ ਕੇ ਅਭਿਆਸ ਕੀਤਾ ਨਹੀਂ ਤੇ ਗੱਲ ਕਿੱਦਾਂ ਬਣੇਗੀ? ਭਗਤੀ ਕਿਤਨੀ ਕਿੱਦਾਂ ਗੱਲ ਬਣੇਗੀ? ਦੁਨੀਆ ਦਾ ਪੈਸਾ ਇਕੱਠਾ ਕਰ ਲਿਆ, ਪੈਸਾ ਇਕੱਠਾ ਕਰਕੇ ਬੈਂਕਾਂ ਵਿੱਚ ਭਰ ਦਿੱਤਾ, ਉਸ ਪੈਸੇ ਦਾ ਤੁਸੀਂ ਆਨੰਦ ਹੀ ਨਾ ਲਿੱਤਾ, ਉਹ ਪੈਸੇ ਤੋਂ ਕੰਮ ਹੀ ਨਾ ਲਿੱਤਾ, ਤਾਂ ਉਸ ਪੈਸੇ ਦਾ ਫਾਇਦਾ ਕੀ? ਉਸ ਕਮਾਈ ਦਾ ਫਾਇਦਾ ਕੀ ਆ? ਖਾਣੇ ਤਾਂ 2 ਫੁਲਕੇ ਹੀ ਆ। ਠੀਕ ਹੈ ਨਾ? ਇਸੇ ਤਰ੍ਹਾਂ ਤੁਸੀਂ ਗੁਰੂ ਤੋਂ ਨਾਮ ਸ਼ਬਦ ਲੈਂਦੇ ਹੋ, ਗੁਰੂ ਵਾਲੇ ਬਣਦੇ ਹੋ, ਤਾਂ ਗੁਰੂ ਦਾ ਕਹਿਣਾ ਮੰਨ ਕੇ ਰੋਜ਼ ਭਜਨ ਸਿਮਰਨ ਦਾ ਅਭਿਆਸ ਕਰੋ, ਰੋਜ਼ ਬੰਦਗੀ ਕਰੋ, ਆਪਣੀ ਰੋਜ਼ ਸਿਮਰਨ ਕਰੋ। ਤੁਹਾਡਾ ਗੁਰੂ ਵੀ ਖੁਸ਼, ਤੁਸੀਂ ਵੀ ਖੁਸ਼, ਤੁਹਾਡਾ ਪਰਿਵਾਰ ਵੀ ਖੁਸ਼। ਸਾਰੇ ਦੁੱਖਾਂ ਦੀ ਦਵਾਈ ਸਿਮਰਨ ਹੈ, ਬੰਦਗੀ ਹੈ, ਭਗਤੀ ਹੈ। ਤੁਹਾਡੇ ਹਰ ਸਵਾਲ ਦਾ ਜਵਾਬ ਸਿਮਰਨ ਵਿੱਚ ਹੈ, ਬੰਦਗੀ ਵਿੱਚ ਹੈ, ਭਗਤੀ ਵਿੱਚ ਹੈ। ਰੋਜ਼ ਕਰੋ। ਅਗਰ ਦੁੱਖਾਂ ਤੋਂ ਛੁਟਕਾਰਾ ਚਾਹੁੰਦੇ ਹੋ ਤਾਂ ਸਿਮਰਨ ਕਰੋ, ਬੰਦਗੀ ਕਰੋ। ਇੱਕ ਵਾਰ ਸੱਚੇ ਦਿਲੋਂ ਆਪਣੇ ਗੁਰੂ ਚਰਨਾਂ ਵਿੱਚ ਆਪਣੇ ਆਪ ਨੂੰ ਸਮਰਪਣ ਕਰ ਦਿਓ। ਰੋਜ਼ ਅਭਿਆਸ ਕਰੋ। ਸੰਸਾਰ ਦੀ ਕਿਸੇ ਨੂੰ ਕੋਈ ਜ਼ਰੂਰਤ ਹੋਵੇ ਨਾ, ਕੋਈ ਕੰਮ ਰੁਕਦਾ ਹੋਵੇ ਜਾਂ ਕੰਮ ਵਿੱਚ ਰੁਕਾਵਟ ਪੈਂਦੀ ਹੋਵੇ, ਅਸੀਂ ਸੁਖਣਾ ਸੁੱਖ ਲੈਂਦੇ ਹਾਂ ਕਿ 40 ਦਿਨ ਮੈਂ ਨੰਗੇ ਪੈਰ ਜਾਊਂਗਾ ਜੀ, ਹੈ ਨਾ? 40 ਦਿਨ ਨੰਗੇ ਪੈਰ ਗੁਰੂ ਘਰ ਜਾਊਂਗਾ ਜਾਂ ਮੰਦਿਰ ਜਾਊਂਗਾ ਜਾਂ ਗੁਰਦੁਆਰੇ ਜਾਊਂਗਾ, ਹੈ ਨਾ? ਫਿਰ ਉਸ ਤੋਂ ਬਾਅਦ ਕੀ ਕਰੋਗੇ? ਕੰਮ ਪੂਰਾ ਹੋ ਗਿਆ, ਇੱਛਾ ਪੂਰੀ ਹੋ ਗਈ, ਚਲੋ ਜੀ ਬਸ। ਕਦ ਤੱਕ ਅਸੀਂ ਆਪਣੇ ਆਪ ਧੋਖਾ ਦਿੰਦੇ ਰਹੋਗੇ? ਕਦੇ ਉਸ ਪਰਮਾਤਮਾ ਨੂੰ ਮੰਗ ਲਓ, ਰੱਬ ਕੋਲੋਂ ਰੱਬ ਨੂੰ ਹੀ ਮੰਗ ਲਓ। ਚੀਜ਼ਾਂ ਕਿਉਂ ਤੁਸੀਂ ਮੰਗਦੇ ਫਿਰਦੇ ਹੋ? ਮੰਗਤੇ ਕਿਉਂ ਬਣੀ ਜਾ ਰਹੇ ਹੋ? ਭਿਖਾਰੀ ਕਿਉਂ ਤੁਸੀਂ ਬਣੀ ਜਾ ਰਹੇ ਹੋ? ਪਰਮਾਤਮਾ ਦੇ ਕੋਲੋਂ ਪਰਮਾਤਮਾ ਨੂੰ ਮੰਗ ਲਓ, ਰੱਬ ਕੋਲੋਂ ਰੱਬ ਨੂੰ ਹੀ ਮੰਗ ਲਓ ਕਿ ਤੁਹਾਡੇ ਰੋਣੇ ਧੋਣੇ ਸਾਰੇ ਖਤਮ ਹੋ ਜਾਣ। ਸੰਸਾਰ ਦੇ ਠਿਕਰੇ ਨਾ ਇਕੱਠੇ ਕਰੋ, ਸੰਸਾਰ ਦੇ ਨਾ ਦੁੱਖ ਮੰਗਿਆ ਕਰੋ। ਸੰਸਾਰ ਇਹ ਦੁੱਖਾਂ ਦਾ ਘਰ ਹੈ। ਇਹਨੂੰ ਹਮੇਸ਼ਾ ਇਹ ਗੱਲ ਯਾਦ ਰੱਖੋ, ਆਪਣੇ ਪੱਲੇ ਬੰਨ੍ਹ ਲਓ। ਸੰਸਾਰ 'ਚ ਇਕੱਠਾ ਕਰਨ ਨੂੰ ਕੁਝ ਵੀ ਨਹੀਂ ਹੈਗਾ। ਇਨਸਾਨ ਖਾਲੀ ਹੱਥੀ ਆਇਆ, ਇਨਸਾਨ ਨੇ ਖਾਲੀ ਹੱਥੀ ਜਾਣਾ ਆ। ਜਦੋਂ ਸੰਸਾਰ 'ਚ ਇਨਸਾਨ ਆਇਆ, ਉਹਨੂੰ ਪਹਿਲਾ ਇਸ਼ਨਾਨ ਵੀ ਨਵਾਇਆ ਵੀ, ਉਹਨੂੰ ਨਾਲ ਦਿਆਂ ਨੇ
ਪਰਿਵਾਰ ਨੇ ਨਵਾਇਆ ਉਹਨੂੰ, ਹਨਾ। ਆਪ ਨਹੀਂ ਉਹ ਨਹਾ ਸਕਿਆ ਜਦੋਂ ਸੰਸਾਰ ਵਿੱਚ ਆਇਆ। ਜਦੋਂ ਮਰਦਾ ਆ ਉਦੋਂ ਵੀ ਉਹ ਆਪ ਨਹਾ ਨਹੀਂ ਸਕਦਾ, ਫਿਰ ਵੀ ਉਹਨੂੰ ਦੂਜੇ ਪਰਸਨ ਨਹਾਉਂਦੇ ਨੇ। ਖਾਲੀ ਹੱਥੀ ਆਇਆ ਤੇ ਖਾਲੀ ਹੱਥੀ ਚਲਾ ਜਾਂਦਾ ਆ। ਸੰਸਾਰ 'ਚ ਕੁਝ ਵੀ ਹੈ ਨਹੀਂ ਇਕੱਠਾ ਕਰਨ ਨੂੰ। ਜੇ ਕਰ ਸਕਦੇ ਹੋ ਤਾਂ ਨਾਮ ਸਿਮਰਨ ਦੀ ਕਮਾਈ ਇਕੱਠੀ ਕਰੋ। ਇਹ ਤੁਹਾਡੀ ਆਪਣੀ ਕਮਾਈ, ਜਿਹੜਾ ਤੁਹਾਡੇ ਕੋਲ ਕੋਈ ਵੀ ਦੁਨੀਆ ਦੀ ਕੋਈ ਵੀ ਤਾਕਤ, ਸੰਸਾਰ ਦੀ ਕੋਈ ਵੀ ਤਾਕਤ ਤੁਹਾਡੇ ਖੋ ਨਹੀਂ ਸਕਦੀ। ਇਹ ਤੁਹਾਡੀ ਆਪਣੀ ਕਮਾਈ ਆ। ਸਿਮਰਨ ਕਰ ਲਓ। ਸਿਮਰਨ ਕਰੋਗੇ, ਬੰਦਗੀ ਕਰੋਗੇ, ਭਗਤੀ ਕਰੋਗੇ, ਫਿਰ ਸ਼ਾਇਦ ਪਰਮਾਤਮਾ ਚਾਵੇ, ਗੁਰੂ ਚਾਹੇ ਤਾਂ ਤੁਹਾਨੂੰ ਇਹ ਜਨਮ, ਇਹ ਜੀਵਨ, ਮਨੁੱਖੀ ਚੋਲਾ ਦੁਬਾਰਾ ਮਿਲ ਸਕਦਾ ਹੈ। ਜੇ ਤੁਹਾਡੀ ਭਗਤੀ ਅਧੂਰੀ ਰਹਿ ਗਈ ਤਾਂ ਫਿਰ ਸ਼ਾਇਦ ਤੁਹਾਨੂੰ ਪਰਮਾਤਮਾ ਇਸੇ ਚੋਲੇ ਵਿੱਚ, ਇਨਸਾਨੀ ਚੋਲੇ ਦੁਆਰਾ ਭੇਜ ਦੇਵੇ ਸੰਸਾਰ ਦੇ ਵਿੱਚ। ਜੇ ਤੁਸੀਂ ਭਗਤੀ ਨਹੀਂ ਕੀਤੀ, ਬੰਦਗੀ ਨਹੀਂ ਕੀਤੀ, ਸਿਮਰਨ ਨਹੀਂ ਕੀਤਾ, ਤਾਂ ਫਿਰ ਇਹ ਜੀਵਨ ਦੀ ਆਸ ਨਾ ਰੱਖਿਓ। ਫਿਰ ਕੀੜੇ ਮਕੌੜੇ ਬਣੋਗੇ, ਨਦੀਆਂ ਪਹਾੜ ਬਣੋਗੇ, ਹੈ ਨਾ। 84 ਲੱਖ ਜੋਨੀਆਂ ਤੋਂ ਬਾਅਦ ਕਿਤੇ ਜਾ ਕੇ ਇਹ ਮਨੁੱਖੀ ਚੋਲਾ ਮਿਲਦਾ ਆ। ਇੱਕ ਵਾਰ ਅਸੀਂ ਇਸ ਜਨਮ ਤੋਂ ਫੇਰ ਭਟਕ ਗਏ, ਨੀਚੇ ਗਿਰ ਗਏ, ਬੰਦਗੀ ਨਹੀਂ ਕੀਤੀ, ਭਗਤੀ ਨਹੀਂ ਕੀਤੀ, ਦੁਬਾਰਾ ਫੇਰ ਸਾਨੂੰ 84 ਲੱਖ ਜੋਨੀਆਂ ਭੋਗਣੀਆਂ ਪੈਣੀਆਂ। ਇਹ ਗੱਲ ਹਮੇਸ਼ਾ ਯਾਦ ਰੱਖੋ, ਠੀਕ ਆ। ਮੇਰੀ ਆਪ ਦੇ ਚਰਨਾਂ 'ਚ ਇਹੀ ਬੇਨਤੀ ਆ ਕਿ ਆਪਣੇ ਰੋਜ਼ ਭਜਨ ਸਿਮਰਨ ਦਾ ਅਭਿਆਸ ਕਰੋ, ਰੋਜ਼ ਬੰਦਗੀ ਕਰੋ, ਅੰਮ੍ਰਿਤ ਵੇਲੇ ਸੰਭਾਲ ਕਰੋ, ਫਿਰ ਆਪਣੇ ਸੰਸਾਰ ਦੇ ਕੰਮ ਧੰਦੇ ਕਰਿਆ ਕਰੋ। ਉਹ ਚੱਲਦੇ ਫਿਰਦੇ, ਉੱਠਦੇ, ਬਹਿੰਦੇ, ਸੌਂਦੇ, ਜਾਗਦੇ ਹਰ ਟਮੇ ਪ੍ਰਭੂ ਦਾ ਸਿਮਰਨ ਅੰਤਰ ਵਿੱਚ ਕਰਦੇ ਰਿਹਾ ਕਰੋ, ਠੀਕ ਆ। ਇੱਕ ਦੂਜੇ ਨਾਲ ਪ੍ਰੇਮ ਕਰੋ, ਠੀਕ ਆ। ਕਿਸੇ ਦੀ ਨਿੰਦਿਆ ਚੁਗਲੀ ਨਾ ਕਰੋ। ਨਿੰਦਿਆ ਚੁਗਲੀ ਭਗਤੀ ਵਿੱਚ ਬਹੁਤ ਵੱਡੀ ਰੁਕਾਵਟ ਆ। ਸਭ ਨਾਲ ਪ੍ਰੇਮ ਕਰਨਾ, ਇੱਕ ਦੂਜੇ ਦਾ ਸਤਿਕਾਰ ਕਰਨਾ, ਔਰ ਆਪਣੇ ਗੁਰੂ ਦੇ ਹੁਕਮ ਅਨੁਸਾਰ ਰੋਜ਼ ਸਿਮਰਨ ਕਰਨਾ, ਬੰਦਗੀ ਕਰਨੀ, ਭਗਤੀ ਕਰਨੀ। ਮੈਂ ਆਪ ਜੀ ਇਹੀ ਉਮੀਦ ਰੱਖਦਾ ਹਾਂ, ਠੀਕ ਹੈ ਨਾ। ਆਪ ਜੀ ਦੇ ਜੋ ਵੀ ਸਵਾਲ ਆ, ਦੱਸ ਤੁਸੀਂ ਜਦੋਂ ਮਰਜ਼ੀ ਕਰ ਸਕਦੇ ਹੋ, ਠੀਕ ਹੈ ਨਾ। ਉਹ ਜਿਹੜੀਆਂ ਕਹਾਣੀਆਂ ਹੁੰਦੀਆਂ, ਛੋਟੀ ਛੋਟੀ ਜਿਹੀ ਕਹਾਣੀਆਂ ਹੁੰਦੀਆਂ, ਇੱਕ ਸਮਝਾਉਣ ਦਾ ਤਰੀਕਾ ਆ, ਕਿਉਂਕਿ ਇਨਸਾਨ ਕਹਾਣੀਆਂ ਦੁਆਰਾ ਜਲਦੀ ਸਮਝ ਆਉਂਦਾ ਆ। ਤੇ ਇਸ ਕਰਕੇ ਜਿਹੜੀਆਂ ਕਹਾਣੀਆਂ ਜੋ ਮੈਂ ਸੁਣਾਉਣਾ ਅੱਜ ਤੁਹਾਨੂੰ, ਇਹ ਕੋਈ ਅੱਜ ਦੀਆਂ ਕਹਾਣੀਆਂ ਨਹੀਂ ਹੈਗੀਆਂ। ਇਹ ਜਿੰਨੇ ਪਹਿਲਾਂ ਸੰਤ ਮਹਾਂਪੁਰਸ਼ ਫਕੀਰ ਆਏ ਨੇ, ਗੁਰੂ ਮਹਾਰਾਜ ਆਏ ਨੇ, ਸਾਰੇ ਕਹਾਣੀਆਂ ਸੁਣਾਉਂਦੇ ਰਹੇ ਨੇ। ਇਨਸਾਨ ਨੂੰ ਸਮਝਾਉਣ ਦਾ ਤਰੀਕਾ ਕਹਾਣੀਆਂ ਨੇ, ਬਹੁਤ ਸੌਖਾ ਤਰੀਕਾ ਹੈ। ਕਹਾਣੀਆਂ ਦੁਆਰਾ, ਸਟੋਰੀ ਦੁਆਰਾ ਇਨਸਾਨ ਜਲਦੀ ਸਮਝ ਆਉਂਦਾ ਹੈ। ਇਹ ਕੋਈ ਮਨ ਘੜਤ ਕਹਾਣੀਆਂ ਨਹੀਂ ਹੁੰਦੀਆਂ। ਇਹ ਗੁਰੂਆਂ ਦਾ, ਸੰਤਾਂ ਮਹਾਂਪੁਰਸ਼ਾਂ ਪ੍ਰੈਕਟੀਕਲ ਅਨੁਭਵ ਹੁੰਦੇ ਨੇ। ਉਹ ਆਪਣੇ ਅਨੁਭਵ ਕਹਾਣੀਆਂ ਦੁਆਰਾ ਆਪ ਨੂੰ ਸੁਣਾ ਕੇ, ਹਨਾ, ਸੁਣਾਉਂਦੇ ਨੇ ਕਿ ਆਪ ਦਾ ਜੀਵਨ ਬਦਲ ਜਾਵੇ। ਇਹ ਸੌਖਾ ਤਰੀਕਾ ਆ। ਇਹ ਕੋਈ ਮਨ ਘੜਤ ਕਹਾਣੀ ਨਹੀਂ ਹੋਊਗੀ, ਠੀਕ ਹੈ ਨਾ। ਜਦ ਤੱਕ ਸਾਡੇ ਅੰਦਰ ਹਨੇਰਾ ਆ, ਪ੍ਰਕਾਸ਼ ਨਹੀਂ ਹੁੰਦਾ, ਤਦ ਤੱਕ ਸਾਡੇ ਹੀ ਧੋਖਾ ਆ। ਪਾਠ ਵੇ ਤੁਸੀਂ ਉਦੋਂ ਕਾਮਯਾਬ ਹੋਵੋਗੇ, ਤੁਸੀਂ ਪਾਠ ਕਰਦੇ ਹੋ, ਜਪਜੀ ਸਾਹਿਬ ਦਾ ਪਾਠ ਕਰਦੇ ਹੋ, ਸੁਖਨੀ ਸਾਹਿਬ ਦਾ ਪਾਠ ਕਰਦੇ ਹੋ, ਹਨੂੰਮਾਨ ਚਾਲੀਸਾ ਪੜ੍ਹਦੇ ਹੋ, ਦੁਰਗਾ ਚਾਲੀਸਾ ਪੜ੍ਹਦੇ ਹੋ, ਸ਼ਿਵ ਚਾਲੀਸਾ ਪੜ੍ਹਦੇ ਹੋ, ਸਾਈਂ ਚਾਲੀਸਾ ਪੜ੍ਹਦੇ ਹੋ। ਅੱਛੀ ਗੱਲ ਹੈ, ਪੜ੍ਹਨਾ ਚਾਹੀਦਾ, ਪਰ ਤੁਹਾਡੇ ਅੰਤਰ ਵਿੱਚ ਪੜ੍ਹ ਕੇ ਤੁਹਾਡੇ ਅੰਤਰ ਵਿੱਚ ਪ੍ਰਕਾਸ਼ ਹੋਣਾ ਚਾਹੀਦਾ। ਜਦ ਤੱਕ ਪ੍ਰਕਾਸ਼ ਨਹੀਂ ਹੁੰਦਾ, ਤਦ ਤੱਕ ਤੁਸੀਂ ਪਾਸ ਨਹੀਂ ਹੋ ਸਕਦੇ। ਇੱਥੇ ਆ ਜਾਓ, ਬਸ ਆਪਣੇ ਅੰਤਰ ਵੀ ਪ੍ਰਕਾਸ਼ ਕਰ ਲਓ, ਅੰਤਰ ਵੀ ਜੋਤ ਜਗਾ ਲਓ ਆਪਣੀ। ਇੱਥੇ ਆ ਜਾਓ, ਫਿਰ ਤੁਸੀਂ ਆਪਣੇ ਆਪ ਨੂੰ ਪਾਸ ਹੋਣਾ ਕਿ ਹਾਂ ਮੈਂ ਪਾਸ ਹਾਂ, ਹਨਾ। ਗਿਣਤੀਆਂ ਮਿੰਤੀਆਂ ਚੱਕਰ ਨਾ ਪਓ ਆਪਣੇ। ਇੱਕ ਨਿਸ਼ਾਨੀ ਦੇਤੀ, ਇੱਥੇ ਪ੍ਰਕਾਸ਼ ਹੋਣਾ ਚਾਹੀਦਾ ਤੁਹਾਡਾ। ਰੋਜ਼ ਤੁਸੀਂ ਅਭਿਆਸ ਕਰਦੇ ਹੋ, ਬੰਦਗੀ ਕਰਦੇ ਹੋ, ਸਿਮਰਨ ਕਰਦੇ ਹੋ, ਪਾਠ ਕਰਦੇ ਹੋ, ਹਨਾ। ਆਪਣੇ ਅੰਤਰ ਵਿੱਚ ਆ ਜਾਓ, ਅੰਤਰ ਵਿੱਚ ਸਿਮਰਨ ਕਰੋ। ਜਿਹਨੂੰ ਵੀ ਪ੍ਰਮਾਤਮਾ ਮਿਲਿਆ, ਰੱਬ ਮਿਲਿਆ, ਅੰਦਰ ਹੀ ਮਿਲਿਆ, ਬਾਹਰ ਕਿਸੇ ਨੂੰ ਨਹੀਂ ਮਿਲਿਆ। ਉਹ ਅੰਦਰ ਹੀ ਬੈਠਾ ਹੈ। ਉਹਨੂੰ ਮਿਲਣ ਦਾ ਰਸਤਾ ਵੀ ਅੰਦਰ ਹੀ ਹੈ। ਅੰਦਰ ਆ ਜਾਓ, ਠੀਕ ਹੈ ਨਾ। ਸੱਚੇ ਦਿਲੋਂ ਭਗਤੀ ਕਰੋ। ਸੀ ਉਹਨੂੰ ਪਾਉਣ ਵਾਸਤੇ ਭਗਤੀ ਕਰੋ, ਪ੍ਰਭੂ ਨੂੰ ਮਿਲਣ ਵਾਸਤੇ ਭਗਤੀ ਕਰੋ, ਠੀਕ ਹੈ ਨਾ। ਫਿਰ ਤੁਹਾਡੀ ਗੱਲ ਜ਼ਰੂਰ ਬਣ ਜਾਵੇਗੀ। ਅੱਜ ਦਾ ਦਾਸ ਦਾ ਅਨੁਭਵ ਆ। ਦਾਸ ਨੂੰ ਘਰਾਂ ਜਾਣ ਦਾ ਮੌਕਾ ਮਿਲਦਾ, ਸਿਮਰਨ ਵੀ ਕਰਦੇ ਨੇ, ਆਪਣੀ ਜ਼ਰੂਰਤਾਂ ਵਾਸਤੇ ਕਰਦੇ ਨੇ,
ਸੰਸਾਰ ਦੀ ਚੀਜ਼ਾਂ ਵਾਸਤੇ ਕਰਦੇ ਨੇ। ਫਿਰ ਤਾਂ 5-5 ਪਾਠ ਵੀ ਹੋ ਜਾਂਦੇ, 10-10 ਪਾਠ ਵੀ ਹੋ ਜਾਂਦੇ ਆ। ਕੀ ਮੇਰਾ ਕਾਰੋਬਾਰ ਚੱਲ ਜਾਵੇ, ਮੇਰਾ ਮੁੰਡਾ ਬਾਹਰ ਚੱਲ ਜਾਵੇ, ਹਨਾ, ਮੈਨੂੰ ਗੱਡੀਆਂ ਮਿਲ ਜਾਣ, ਮੈਨੂੰ ਕਾਰਾਂ ਮਿਲ, ਇਸ ਵਾਸਤੇ ਪਾਠ ਹੋ ਰਿਹਾ, ਇਸ ਵਾਸਤੇ ਬੰਦਗੀਆਂ ਹੋ ਰਹੀਆਂ। ਰੱਬ ਕਿੱਥੋਂ ਤੁਹਾਨੂੰ ਮਿਲੇਗਾ? ਇੱਕ ਪਰਿਵਾਰ ਦੇ ਵਿੱਚ ਮੈਂ ਸਿਮਰਨ ਕਰਾਉਣ ਗਿਆ, ਦਾਸ ਨੂੰ ਮੌਕਾ ਮਿਲਿਆ ਸਿਮਰਨ ਕਰਾਉਣ ਦਾ। ਉਦੋਂ ਵੀ ਕਾਫੀ ਆਸ ਪੜੋਸ ਸਾਰਿਆਂ ਨੂੰ ਕਹਿਤਾ ਉਹਨਾਂ ਨੇ ਕਿ ਸਾਡੇ ਬਾਬਾ ਜੀ ਨੇ ਆਉਣਾ, ਸਿਮਰਨ ਕਰਾਉਣਾ ਤੇ ਤੁਸੀਂ ਆ ਜਾਣਾ। ਜੋ ਦਾਸ ਨੇ ਸਿਮਰਨ ਸ਼ੁਰੂ ਕੀਤਾ ਕਰਾਉਣਾ, ਉਸ 10 ਜਾਂ 12 ਜਣੇ ਬੈਠੇ ਸੀ ਤੇ ਮੈਂ ਅੱਖਾਂ ਬੰਦ ਕਰਕੇ ਜੋ ਸਿਮਰਨ ਸ਼ੁਰੂ ਕਰ ਦਿੱਤਾ ਤੇ ਪੌਣੇ ਘੰਟੇ ਬਾਅਦ ਅੱਖ ਖੁੱਲੀ ਤਾਂ ਦੇਖਿਆ ਤੇ ਕੋਈ ਵੀ ਜੀ ਨਹੀਂ ਬੈਠਾ, ਸਿਰਫ ਪਰਿਵਾਰ ਦੇ 3 ਜੀ ਬੈਠੇ ਸੀ। ਕੋਈ ਸਿਮਰਨ ਹੋਇਆ ਹੀ ਨਹੀਂ, ਕਿਉਂਕਿ ਇਹ ਔਖਾ ਕੰਮ, ਅੰਦਰ ਜਾਣਾ ਔਖਾ ਕੰਮ ਆ। ਸੌਖਾ ਕੰਮ ਸਾਰੀ ਦੁਨੀਆ ਕਰਦੀ ਆ। ਜੇ ਹੁਣੇ ਮੈਂ ਕੀਰਤਨ ਕਰਾਂ ਨਾ, ਢੋਲਕੀ ਛਾਣੇ ਖੜਕਾਵਾਂ ਤੇ ਸਾਰੇ 3 ਘੰਟੇ ਬਿਠਾਈ ਰੱਖਾਂ, ਸਾਰੇ ਬੈਠੇ ਰਹਿਣਾ। ਪਰ ਅੰਦਰ ਆਣ ਦੀ ਇਸ ਕੋਈ ਨਹੀਂ ਬੈਠਾ। ਇਹ ਅੱਜ ਦਾ ਨਿਚੋੜ ਹੈ, ਇਹ ਅੱਜ ਦਾ ਨਿਚੋੜ ਹੈ, ਹਨਾ। ਕਿਉਂਕਿ ਰੱਬ ਨੂੰ ਕੋਈ ਚਾਹੁੰਦਾ ਹੀ ਨਹੀਂ, ਮਿਲਣਾ ਚਾਹੁੰਦਾ ਹੀ ਨਹੀਂ ਹੈਗਾ। ਰੱਬ ਨੂੰ ਪ੍ਰੇਮ ਕਰਨਾ ਕੋਈ ਚਾਹੁੰਦਾ ਹੀ ਨਹੀਂ ਹੈਗਾ। ਸੰਸਾਰ ਦੀ ਸਾਰੀ ਚੀਜ਼ਾਂ ਚਾਹੀਦੀਆਂ, ਸੰਸਾਰ ਦੇ ਸਾਰੇ ਸੁੱਖ ਚਾਹੀਦੇ ਆ, ਪਰ ਪਰਮਾਤਮਾ ਰੱਬ ਕਿਸੇ ਨੂੰ ਨਹੀਂ ਚਾਹੀਦਾ। ਇਹ ਅੱਜ ਦਾ ਹੈਨਾ, ਅੱਜ ਦਾ ਕੋੜਾ ਸੱਚ ਆ। ਦਾਸ ਰੋਜ਼ ਜਾਂਦਾ ਸੰਗਤ ਦੇ ਘਰਾਂ ਦੇ ਵਿੱਚ ਸਿਮਰਨ ਕਰਨ ਦਾ, ਪਤਾ ਹੈ ਕਿੰਨੀ ਕੁ ਦੁਨੀਆ ਕਰਦੀ ਹੈ, ਕਿੰਨਾ ਕਿਸੇ ਨੂੰ ਪ੍ਰੇਮ ਹੈਨਾ। ਵਿਆਹ ਸ਼ਾਦੀ ਜਾਣਾ ਹੋਵੇ, ਅਸੀਂ ਮਹੀਨਾ ਪਹਿਲੇ ਹੀ ਤਿਆਰੀ ਕਰਦੇ ਆ, 2 ਮਹੀਨੇ ਪਹਿਲੇ ਹੀ ਤਿਆਰੀ ਕਰਨੀ ਸ਼ੁਰੂ ਕਰ ਦਿੰਦੇ ਆ। ਕਦੇ ਪ੍ਰਮਾਤਮਾ ਦੇ ਘਰ ਵੀ ਜਾਣਾ ਸੀ, ਰੱਬ ਦੇ ਘਰ ਜਾਣਾ, ਉਹਦੀ ਤਿਆਰੀ ਕਦੋਂ ਕਰਾਂਗੇ ਅਸੀਂ? ਉਹਦੀ ਤਿਆਰੀ ਕਦੋਂ ਕਰਾਂਗੇ ਅਸੀਂ? ਕੋਈ ਮਰਗ ਹੋ ਜਾਂਦੀ ਆ, ਕੋਈ ਮਰ ਜਾਂਦਾ, ਕੋਈ ਰਿਸ਼ਤੇਦਾਰ, ਪੜੋਸੀ, ਆਸ ਪੜੋਸ, ਪਰਿਵਾਰ, ਕੋਈ ਵੀ ਕੋਈ ਮਰ ਜਾਂਦਾ, ਅਸੀਂ ਉਦੋਂ ਟਾਈਮ ਕੱਢਦੇ ਆ ਨਾ, ਕੰਮ ਕਾਰ ਛੱਡ ਕੇ ਉੱਥੇ ਪਹੁੰਚਦੇ ਆ ਨਾ। ਫਿਰ ਬੰਦਗੀ ਕਿਉਂ ਨਹੀਂ ਕਰਦੇ ਤੁਸੀਂ? ਭਗਤੀ ਕਿਉਂ ਨਹੀਂ ਕਰਦੇ? ਹਨਾ, ਗਰਮੀਆਂ ਛੁੱਟੀਆਂ ਹੁੰਦੀਆਂ, ਪਹਾੜਾਂ ਜਿਹੜੀ ਦੂਰ ਘੁੰਮਣ ਜਾਂਦੇ ਆ ਆਪਾਂ, ਹਨਾ, ਬਰਫ਼ ਦੇਖਣ ਜਾਂਦੇ ਆ, ਪਹਾੜਾਂ 'ਚ ਸੈਰ ਕਰਨ ਜਾਂਦੇ ਆ, ਪਰਿਵਾਰ ਨੂੰ ਪੂਰੇ ਨਾਲ ਲੈ ਕੇ ਜਾਂਦੇ ਆ। ਉਦੋਂ ਸਮੇਂ ਨਿਕਲਦਾ, ਉਦੋਂ ਹੀ ਸਮੇਂ ਨਿਕਲਦਾ। ਫਿਰ ਭਗਤੀ ਲਈ ਸਮਾਂ ਕਿਉਂ ਨਹੀਂ ਨਿਕਲਦਾ? ਬੰਦਗੀ ਲਈ ਸਮਾਂ ਕਿਉਂ ਨਹੀਂ ਨਿਕਲਦਾ ਤੁਹਾਡਾ? ਦੱਸੋ। ਫਿਰ ਕਹਿੰਦੇ ਸਾਡੇ ਸਮਾਂ ਨਹੀਂ ਹੈਗਾ। ਫਾਲਤੂ ਕੰਮਾਂ ਬਾਰੇ ਤੁਹਾਡੇ ਸਮੇਂ ਪਰ ਰੱਬ ਲਈ ਸਮਾਂ ਨਹੀਂ ਹੈਗਾ ਤੁਹਾਡੇ ਕੋਲ। ਇਹੀ ਤੁਹਾਡਾ ਦੁੱਖ ਦਾ ਕਾਰਨ ਆ। ਰੱਬ ਦੇ ਕੋਲੋਂ ਰੱਬ ਨੂੰ ਮੰਗ ਲਓ। ਜੇ ਸੁਖੀ ਹੋਣਾ ਚਾਹੁੰਦੇ ਹੋ, ਆਪਣਾ ਜੀਵਨ ਸਫਲ ਕਰਨਾ ਚਾਹੁੰਦੇ ਹੋ ਤਾਂ ਭਗਤੀ ਕਰੋ। ਠੀਕ ਹੈ, ਭਗਤੀ ਉਸ ਰੱਬ ਨੂੰ ਪਾਉਣ ਵਾਸਤੇ ਕਰੋ, ਸੰਸਾਰ ਚੀਜ਼ਾਂ ਵਾਸਤੇ ਭਗਤੀ ਨਾ ਕਰੋ। ਠੀਕ ਹੈ, ਦਾਸ ਦੀ ਬੇਨਤੀ ਪ੍ਰਵਾਨ ਕਰਨੀ ਆ। ਬੋਲਣ ਦੇ ਵਿੱਚ ਕੋਈ ਗਲਤੀ ਹੋਵੇ ਤਾਂ ਦਾਸ ਨੂੰ ਮਾਫ ਕਰ ਦੇਣਾ। ਜੇ ਅੱਛੇ ਵਿਚਾਰ ਲੱਗੇ ਹੋਣ ਤਾਂ ਆਪਣੇ ਜੀਵਨ ਦੇ ਵਿੱਚ ਢਾਲਣ ਦੀ ਕੋਸ਼ਿਸ਼ ਕਰਨੀ ਆ, ਆਪਣਾ ਉੱਦਾਂ ਦਾ ਜੀਵਨ ਬਣਾਉਣ ਦੀ ਕੋਸ਼ਿਸ਼ ਕਰਨੀ ਆ। ਠੀਕ ਹੈ, ਅੰਮ੍ਰਿਤ ਵੇਲੇ ਸੰਭਾਲ ਕਰੋ। 2.5-3 ਘੰਟੇ ਅਭਿਆਸ ਕਰਕੇ ਫਿਰ ਆਪਣੇ ਸੰਸਾਰ ਦੇ ਤੁਸੀਂ ਜੋ ਕੰਮ ਧੰਦੇ ਕਰਦੇ ਹੋ ਉਹ ਕਰਿਆ ਕਰੋ। ਉਹ ਕੰਮ ਧੰਦੇ ਕਰਦੇ ਵੀ ਆਪਣਾ ਅੰਦਰ ਵਿੱਚ ਸਿਮਰਨ ਕਰਦੇ ਰਿਹਾ ਕਰੋ। ਠੀਕ ਹੈ, ਰਸੋਈ 'ਚ ਤੁਸੀਂ ਕੰਮ ਕਰਦੇ ਹੋ, ਆਪਣੇ ਘਰ ਦਾ ਰੋਟੀ ਪਾਣੀ ਕੰਮ ਕਰਦੇ ਉਦੋਂ ਵੀ ਸਿਮਰਨ ਕਰਦੇ ਰਿਹਾ ਕਰੋ। ਠੀਕ ਹੈ, ਮੇਰੇ ਵੀਰ ਭਰਾ ਬਾਹਰ ਕੰਮ ਕਰਨ ਜਾਂਦੇ ਆ, ਉਦੋਂ ਵੀ ਆਪਣਾ ਕੰਮ ਕਾਰ ਕਰਦੇ ਆਪਣੇ ਅੰਦਰ ਵਿੱਚ ਸਿਮਰਨ ਕਰਦੇ ਰਿਹਾ ਕਰੋ। ਗੁਰੂ ਨਾਲ ਜੁੜੇ ਰਿਹਾ ਕਰੋ ਅੰਦਰ ਵਿੱਚ। ਠੀਕ ਹੈ ਨਾ, ਇਸ ਤਰ੍ਹਾਂ ਆਪਣਾ ਜੀਵਨ ਬਣਾਓਗੇ ਤਾਂ ਜੀਵਨ ਤੁਹਾਡਾ ਆਸਾਨ ਹੋ ਜਾਏਗਾ, ਔਖੇ ਤੋਂ ਔਖਾ ਵੀ ਸੌਖਾ ਹੋ ਜਾਏਗਾ। ਠੀਕ ਹੈ ਨਾ, ਔਰ ਦੁੱਖ ਜਿਹੜੇ ਵੱਡੇ ਤੋਂ ਵੱਡੇ ਤੁਹਾਡੇ ਦੁੱਖ ਨੇ ਹਨਾ, ਉਹ ਹੌਲੀ ਹੌਲੀ ਸੂਲੀ ਦੇ ਸੂਲ ਬਣ ਜਾਣਗੇ। ਬਸ ਤੁਸੀਂ ਸਿਮਰਨ ਕਰਦੇ ਰਹੋ, ਬੰਦਗੀ ਕਰਦੇ ਰਹੋ। ਠੀਕ ਹੈ ਨਾ, ਟੇਵਿਆਂ ਤੇ ਯੰਤਰੀਆਂ ਦੇ ਵਿੱਚ ਫਸਣ ਦੀ ਲੋੜ ਨਹੀਂ ਹੈਗੀ, ਵਹਿਮਾਂ ਭਰਮਾਂ ਦੇ ਵਿੱਚ ਫਸਣ ਦੀ ਲੋੜ ਨਹੀਂ ਹੈਗੀ। ਠੀਕ ਹੈ ਨਾ, ਹਨਾ, ਅੰਧ ਵਿਸ਼ਵਾਸ ਚੱਕਰਾਂ 'ਚ ਫਸਣ ਦੀ ਲੋੜ ਨਹੀਂ ਹੈਗੀ। ਜੋ ਤੁਹਾਡਾ ਆਪਣਾ ਆ ਉਹ ਚੱਲ ਕੇ ਤੁਹਾਡੇ ਕੋਲ ਪਹੁੰਚ ਜਾਵੇਗਾ। ਤੁਸੀਂ ਆਪਣੇ ਵੱਲੋਂ ਅੱਛੇ ਕਰਮ ਕਰਦੇ ਰਹੋ, ਆਪਣੀ ਮਿਹਨਤ ਕਰਦੇ ਰਹੋ। ਕਰਮ ਜ਼ਰੂਰ ਕਰਨਾ। ਠੀਕ ਹੈ ਨਾ, ਕਰਮ ਕਰਕੇ ਹੀ ਸਭ ਕੁਝ ਮਿਲਣਾ। ਠੀਕ ਹੈ ਨਾ, ਕਰਮ ਜ਼ਰੂਰ ਕਰਦੇ ਰਹੋ। ਕਿੱਥੇ ਦੇਣਾ, ਕਦੋਂ ਦੇਣਾ, ਕਿੰਨਾ ਦੇਣਾ, ਕਿੱਦਾਂ ਦੇਣਾ, ਉਹ ਪ੍ਰਮਾਤਮਾ ਨੂੰ ਪਤਾ, ਰੱਬ ਨੂੰ ਪਤਾ, ਗੁਰੂ ਨੂੰ ਪਤਾ। ਉਹਨੇ ਸਮੇਂ ਆਏ ਤੇ ਤੁਹਾਨੂੰ ਹਰ ਚੀਜ਼ ਦੇ ਦੇਣੀ ਹੈ। ਠੀਕ ਹੈ ਨਾ, ਸਮੇਂ ਆਏ ਤੇ ਫਲ ਲੱਗਦੇ ਨਾ ਦਰਖਤਾਂ ਤੇ, ਸਮੇਂ ਆਏ ਤੇ ਲੱਗਦੇ ਆ। ਅਸੀਂ ਇਹ ਨਹੀਂ ਕਿ 5-7 ਬਾਲਟੀਆਂ ਇਕੱਠੀਆਂ ਪਾ ਦਾਂਗੇ ਬੂਟਿਆਂ ਦੇ ਵਿੱਚ, ਦਰਖਤਾਂ ਦੇ ਵਿੱਚ ਜਲਦੀ ਫਲ ਲੱਗ ਜਾਣਗੇ। ਇਦਾਂ ਨਹੀਂ ਹੁੰਦਾ, ਸਮੇਂ ਆਏ ਤੇ ਹੀ ਫਲ ਲੱਗਦਾ। ਇਸੇ ਤਰ੍ਹਾਂ ਸਮੇਂ ਆਏ ਤੇ ਪ੍ਰਭੂ ਨੇ ਸਾਨੂੰ, ਗੁਰੂ ਮਹਾਰਾਜ ਨੇ ਸਾਨੂੰ ਸਭ ਕੁਝ ਦੇ ਦੇਣਾ। ਸਬਰ ਰੱਖਿਆ ਕਰੋ, ਗੁਰੂ ਤੇ ਭਰੋਸਾ ਰੱਖਿਆ ਕਰੋ। ਠੀਕ ਹੈ, ਤੁਸੀਂ ਸਿਮਰਨ ਕਰਦੇ ਰਹੋ,
ਤੁਸੀਂ ਆਪਣਾ ਕੰਮ ਕਰਦੇ ਰਹੋ, ਗੁਰੂ ਆਪਣਾ ਕੰਮ ਕਰੇਗਾ। ਗੁਰੂ ਹਰ ਟਾਈਮ ਤੁਹਾਡੇ ਨਾਲ ਆ, ਠੀਕ ਹੈ ਨਾ, ਹਰ ਟਾਈਮ ਤੁਹਾਡੇ ਨਾਲ ਆ। ਉਹ ਰੱਬ ਵੀ ਤੁਹਾਡੇ ਨੇੜੇ ਤੋਂ ਨੇੜੇ ਆ, ਠੀਕ ਹੈ। ਤੁਸੀਂ ਉਸ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰੋ, ਉਸ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰੋ, ਦੇਖਣ ਦੀ ਕੋਸ਼ਿਸ਼ ਕਰੋ। ਉਹ ਕਿੱਦਾਂ ਹੋਵੇਗਾ? ਜਦੋਂ ਅਸੀਂ ਸਿਮਰਨ ਕਰਾਂਗੇ, ਗੁਰੂ ਨਾਲ ਪ੍ਰੇਮ ਕਰਾਂਗੇ, ਠੀਕ ਹੈ, ਫਿਰ ਤੁਹਾਡੀ ਗੱਲ ਬਣੇਗੀ। ਦਾਸ ਦੀ ਬੇਨਤੀ ਪ੍ਰਵਾਨ ਕਰਨੀ ਆ। ਔਰ ਮੈਨੂੰ ਉਮੀਦ ਆ ਕਿ ਤੁਸੀਂ ਰੋਜ਼ ਸਿਮਰਨ ਕਰੋਗੇ, ਬੰਦਗੀ ਕਰੋਗੇ, ਆਪਣਾ ਜੀਵਨ ਨੂੰ ਉਸ ਤਰ੍ਹਾਂ ਢਾਲਣ ਦੀ ਕੋਸ਼ਿਸ਼ ਕਰੋਗੇ, ਠੀਕ ਹੈ ਨਾ। ਭਗਤੀ ਤੁਸੀਂ ਆਪਣੇ ਵਾਸਤੇ ਕਰਨੀ ਹੈ, ਇਹਦਾ ਫਾਇਦਾ ਹੀ ਤੁਹਾਨੂੰ ਆ। ਮੈਂ ਤਾਂ ਰੋਲਾ ਪਾਈ ਜਾਣਾ, ਹਨਾ, ਕੁੱਤਿਆਂ ਵਾਂਗੂ ਬੋਲੀ ਜਾਣਾ, ਹਨਾ, ਰੋਲਾ ਪਾਈ ਜਾਣਾ, ਠੀਕ ਹੈ ਨਾ। ਮੈਂ ਤਾਂ ਰੋਜ਼ ਦਾ ਹੁੱਕਾ ਦੇਣਾ ਕਿ ਨਾਮ ਜਪੋ, ਬੰਦਗੀ ਕਰੋ। ਅੱਜ ਨਹੀਂ ਤੇ ਕੱਲ ਕਰਨੀ ਪੈਣੀ ਹੈ। ਪਿਆਰ ਨਾਲ ਕਰ ਲਓ, ਵਧੀਆ ਕਰਨੀ ਤੇ ਧੱਕੇ ਨਾਲ ਉਸਨੇ ਕਰਾ ਹੀ ਲੈਣੀ ਹੈ, ਠੀਕ ਹੈ ਨਾ। ਕਰ ਲਓ, ਤੁਹਾਨੂੰ ਹੀ ਫਾਇਦਾ ਹੈ। ਜੈ ਲੱਖ ਦਾਤਾ ਪੀਰ ਦੀ, ਮੌਜ ਫਕੀਰ ਦੀ।